वाहिगुरू जी का खालसा वाहिगुरू जी की फतेह। ਅੱਜ ਅਸੀਂ ਸਾਰੇ ਵੈਬਿਨਾਰ ਤੇ ਇਕੱਠੇ ਹੋਏ ਆ ਪੰਜਾਬ ਪੰਥ ਪੰਜਾਬ ਵਾਲੀ ਜਿਹੜਾ ਨਵੀਂ ਅਸੀਂ ਵੈਬਸਾਈਟ ਵੀਰ ਜੀ ਉਹਨਾਂ ਨੇ ਉਪਰਾਲਾ ਕੀਤਾ ਆ ਤੇ ਉਹਦੇ ਬਾਰੇ ਸ਼ਮਸ਼ੇਰ ਵੀਰ ਜੀ ਸਾਰਿਆਂ ਨੂੰ ਹੋਰ ਜਾਣਕਾਰੀ ਦੇਣਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So ਹੁਣ ਜਿਹੜਾ ਪੰਥ ਪੰਜਾਬ project ਹੈ, this has been launched to provide analysis ਉਹ comment ਚ ਕਹਿੰਦੀ ਆ ਰਹੀ ਹੈ, ਸ਼ਾਇਦ ਮੈਨੂੰ ਲੱਗਦਾ ਤੁਹਾਡੇ ਭੈਣ ਜੀ ਸਪੀਕਰ ਦੀ ਵੋਲਿਊਮ ਘੱਟ ਹੋਣੀ ਆ। ਠੀਕ ਹੈ ਜੀ, ਠੀਕ ਹੈ ਜੀ। So after the violent suppression of the Jujaru layer, the Indian state introduces capitalism and moves towards a direction of fascism. So ਜਿਹੜੇ ਆਹ ਕਾਨੂੰਨ ਆ ਰਹੇ ਆ, they don't emerge within a vacuum, ਉਹ ਹਵਾ ਦੇ ਵਿੱਚੋਂ ਨਹੀਂ ਆਉਂਦੇ, ਉਹਦੇ ਪਿੱਛੇ ਇੱਕ ਬਹੁਤ ਵੱਡਾ context ਆ। So Panth Punjab project is designed to look at that context and provide further analysis and discussion. And today we're joined by Veer Paramjit Singh from Punjab and Veer Maninder Singh from Canada. One of our panelists today unfortunately couldn't attend. They had a last minute issue that they had to deal with. And yeah, we've my co-host today is Benji Navraj Kaur from California, who's an artist that everyone knows through Anantapur Arts. Morcha de vich, their art has been providing a lot of inspiration to the Sangat. So over to you, Navraj Benji. ਹਾਂਜੀ, ਤੇ ਸ਼ਮਸ਼ੇਰ ਵੀਰ ਬਾਰੇ ਅਸੀਂ ਸਾਰੇ ਜਾਣਦੇ ਹਾਂ। ਵੀਰ ਜੀ ਨੌਜਵਾਨ ਸਿੱਖ ਐਕਟਿਵਿਸਟ ਨੇ ਤੇ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ co-founder ਨੇ ਤੇ ਹੁਣ ਪੰਥਕ ਸੇਵਾ ਚ ਵੱਧ ਚੜ ਕੇ ਉਪਰਾਲੇ ਵੀਰ ਜੀ ਕਰਦੇ ਰਹਿੰਦੇ ਨੇ ਤੇ ਅਸੀਂ ਵੀ ਵੀਰ ਜੀ ਉਹਨਾਂ ਦੇ ਪਿੱਛੇ ਪਿੱਛੇ ਹੀ ਕੋਸ਼ਿਸ਼ ਕਰੀਦੀ ਆ ਵੱਧ ਤੋਂ ਵੱਧ ਜਿੰਨੀ ਸੇਵਾ ਹੋ ਸਕੇ। ਤੇ ਸ਼ਮਸ਼ੇਰ ਵੀਰ ਜੀ ਹਾਂਜੀ, so Anji Karlo Shuruji. So we have Paramjit Singh with us today. So Benji Maraji Paramjit Singh, the introduction Karlo, I'm just trying to sort out one technical issue. Anji. So Paramjit Singh is a Najwan Panthik activist who has been involved in Sikh organizations and movements for nearly 2 decades. He has been actively observing and participating in the current Kisan Morcha since its beginning. He served as a former president of the Sikh Students Federation in Punjab and has been the editor-in-chief of the Sikh Siyasat Network since 2006. He completed his LLB and LLM from Punjabi University, Patiala, with a focus on the law of genocide. Paramjit Veer ji, je toda ਤੁਸੀਂ ਫਤਿਹ ਬੁਲਾ ਦਿਓ ਇੱਕ ਵਾਰ ਜੇ ਸਾਰਾ ਕੁਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਹਿਲਾ ਸਵਾਲ ਵੀਰ ਜੀ ਲਈ ਜਾਂ ਪਰਮਜੀਤ ਵੀਰ ਜੀ ਲਈ, ਤੁਸੀਂ ਵੀਰ ਜੀ ਥੋੜਾ ਜਿਹਾ ਜਿਹੜਾ ਹੁਣ ਲਹਿਰ ਚੱਲੀ ਆ ਜਦੋਂ ਦੇ ਬਿੱਲ ਇੰਟਰੋਡਿਊਸ ਹੋਏ ਨੇ ਤੇ ਇਹ ਲਹਿਰ ਦਾ ਜਿਹੜਾ ਵਿਕਾਸ ਆ ਉਹਦੇ ਬਾਰੇ ਥੋੜੇ ਜਿਹੇ ਆਪਣੇ ਵਿਚਾਰ ਸਾਂਝੇ ਕਰੋ। ਜੀ, ਸੋ ਇੱਕ ਤਾਂ ਇਹ ਹੈ ਕਿ ਵੀਡੀਓ ਆਈ ਐਮ ਨਾਟ ਅਨੇਬਲ ਟੂ ਟਰਨ ਇਟ ਔਨ, ਤੇ ਮੇਰੇ ਖਿਆਲ ਦੇ ਵਿੱਚ ਉਹ ਤੁਸੀਂ ਬੇਸ਼ੱਕ ਦੇਖ ਲਿਓ ਹਨਾ। ਹਾਂਜੀ, ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਇਹ ਮੌਕਾ ਦੇਣ ਦੇ ਵਾਸਤੇ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਆਪਣੀ ਸਾਰਿਆਂ ਦੀ ਨਿਗਾਹ ਲੱਗੀ ਹੋਈ ਆ, ਚਾਹੇ ਕੋਈ ਪੰਜਾਬ ਦੇ ਵਿੱਚ ਹੈ ਚਾਹੇ ਪੰਜਾਬ ਤੋਂ ਬਾਹਰਲੀ ਕਿਸੇ ਧਰਤੀ ਦੇ ਉੱਪਰ ਰਹਿ ਰਿਹਾ, ਤੇ ਸਿਰਫ ਆਪਣੀਆਂ ਸਿੱਖਾਂ ਦੀਆਂ ਜਾਂ ਪੰਜਾਬ ਨਾਲ ਜੁੜੇ ਹੋਏ ਲੋਕਾਂ ਦੀਆਂ ਹੀ ਨਹੀਂ ਬਲਕਿ ਦੁਨੀਆ ਦੀਆਂ ਨਿਗਾਹਾਂ ਵੀ ਇਹਦੇ ਉੱਪਰ ਹੁਣ ਲੱਗੀਆਂ ਹੋਈਆਂ ਨੇ ਕਿ ਜੋ ਇੱਕ ਕਿਸਾਨੀ ਸੰਘਰਸ਼ ਉੱਭਰਿਆ। ਸੋ ਇਹਦਾ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਬਰੀਫ ਸੀ ਮੈਂ ਗੱਲ ਇੱਕ ਕਰਨੀ ਚਾਹੁੰਦਾ ਹਾਂ, ਕਿਉਂਕਿ ਇੱਕ ਤਾਂ ਇਹ ਹੈਗਾ ਆ ਕਿ ਇਸ ਤਰ੍ਹਾਂ ਦਾ ਉਭਾਰ ਜਦੋਂ ਉੱਭਰਦਾ ਆ ਤਾਂ ਉਹਦੇ ਬਹੁਤ ਸਾਰੇ ਆਸਪੈਕਟ ਹੁੰਦੇ ਆ, ਤੇ ਕਿਸੇ ਵੀ ਗੱਲਬਾਤ ਦੇ ਵਿੱਚ ਸਾਰੇ ਪੱਖਾਂ ਨੂੰ ਵਿਚਾਰ ਲੈਣਾ ਜਾਂ ਕਿਸੇ ਐਨਾਲਿਸਿਸ ਦੇ ਵਿੱਚ ਲੈ ਆਉਣਾ ਇਹ ਸ਼ਾਇਦ ਕਾਫੀ ਮੁਸ਼ਕਿਲ ਹੁੰਦਾ, ਕਿਉਂਕਿ ਜਦੋਂ ਵੀ ਕੋਈ ਵੱਡੀ ਚੀਜ਼ ਕੈਨਵਸ ਦੇ ਉੱਪਰ ਸਾਹਮਣੇ ਆਉਂਦੀ ਹੈ ਤਾਂ ਥੋੜ੍ਹਾ ਜਿਹਾ ਉਹ ਤੋਂ ਦੂਰ ਹੋ ਕੇ ਵਧੀਆ ਤਰੀਕੇ ਦੇ ਨਾਲ ਉਹਦੀ ਤੁਸੀਂ ਜਿਹੜੀ ਡਿਟੇਲ ਆ ਜਾਂ ਬਾਰੀਕੀ ਆ ਉਹਨੂੰ ਦੇਖ ਸਕਦੇ ਹੋ। ਜ਼ਿਆਦਾ ਲੱਗ ਗਿਓ ਕਈ ਵਾਰ ਉਹਨਾਂ ਵੀ ਉਹ ਨਹੀਂ ਬਣਦਾ।
ਤੇ ਪਰ ਫਿਰ ਵੀ ਜੇਕਰ ਆਪਾਂ ਦੇਖੀਏ, ਮੈਂ ਗੱਲ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ 2019 ਦੀ ਲੋਕ ਸਭਾ ਇਲੈਕਸ਼ਨ ਹੋਈ, ਜਦੋਂ ਜਿਸ ਤੋਂ ਬਾਅਦ ਮੌਜੂਦਾ ਜਿਹੜੀ ਹਕੂਮਤ ਹੈ ਜਾਂ ਰਜੀਮ ਆ ਉਹ ਦੁਬਾਰਾ ਸੱਤਾ ਦੇ ਵਿੱਚ ਇਸ ਖਿੱਤੇ ਦੇ ਵਿੱਚ ਆਏ ਹੈ, ਉਸ ਸਮੇਂ ਕੁਛ ਇੱਕ ਸਰਵੇ ਹੋਏ, ਉਹ ਜੇ ਦੇਖ ਲਏ ਜਾਣ ਤਾਂ ਉਹ ਕਾਫੀ ਇੰਟਰਸਟਿੰਗ ਹੈਗੇ ਆ ਕਿ ਪੰਜਾਬ ਇੱਕ ਖਿੱਤੇ ਵਜੋਂ ਤਾਮਿਲਨਾਡੂ ਤੋਂ ਇਲਾਵਾ ਦੂਸਰਾ ਖਿੱਤਾ ਜਿਹੜਾ ਆ ਉਹ ਪੰਜਾਬ ਵੀ ਸੀ, ਔਰ ਪੰਜਾਬ ਪਹਿਲੇ ਨੰਬਰ ਦੇ ਉੱਪਰ ਸੀਗਾ, ਕਿ ਜਿੱਥੇ ਭਾਜਪਾ ਤੇ ਨਰਿੰਦਰ ਮੋਦੀ ਦੀ ਜਿਹੜੀ ਸਾਖ ਆ ਉਹ ਇਨ ਜਨਰਲ ਨਕਾਰਾਤਮਕ ਸੀਗੀ, ਨੈਗੇਟਿਵ ਪਰਸੈਪਸ਼ਨ ਸੀਗੀ ਦੋਵਾਂ ਦੇ ਬਾਰੇ ਦੇ ਵਿੱਚ ਹੀ। ਤੇ ਇੱਕ ਭਾਈਚਾਰੇ ਦੇ ਤੌਰ ਦੇ ਉੱਪਰ, ਇੱਕ ਕਮਿਊਨਿਟੀ ਦੇ ਤੌਰ ਦੇ ਉੱਪਰ ਸਿੱਖਾਂ ਦੇ ਵਿੱਚ ਜਿਹੜੀ ਉਹਦੀ ਸਾਖ ਆ ਉਹ ਮਤਲਬ ਨਕਾਰਾਤਮਕ ਸੀਗੀ। ਸੋ ਇਹ ਇੱਕ ਗੱਲ ਜ਼ਰੂਰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਇਹ ਵਾਲਾ ਜਿਹੜਾ ਉਭਾਰ ਸਾਰਾ ਉੱਠਿਆ ਆ, ਬੇਸ਼ੱਕ ਇਹ ਕਾਨੂੰਨਾਂ ਦੇ ਹਵਾਲੇ ਦੇ ਨਾਲ ਹੀ ਉੱਠਿਆ ਆ, ਪਰ ਇਹ ਕਾਨੂੰਨ ਬਣਾਏ ਕਿਹਦੇ ਵੱਲੋਂ ਗਏ ਆ, ਇਹ ਗੱਲ ਬਹੁਤ ਜ਼ਿਆਦਾ ਇਹਦੇ ਵਿੱਚ ਅਹਿਮੀਅਤ ਰੱਖਦੀ ਆ। ਹੁਣ ਤਾਂ ਦੇਖੋ ਇੰਡੀਅਨ ਗਵਰਨਮੈਂਟ ਨੇ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਪੁਰਾਣੇ ਲੈਟਰਸ ਜਾਂ ਉਸ ਸਮੇਂ ਦੀਆਂ ਸਟੇਟਮੈਂਟਾਂ, ਪਲੈਨਿੰਗ ਕਮਿਸ਼ਨ ਦੀਆਂ ਰਿਪੋਰਟਾਂ, ਕਿੰਨਾ ਕੁਛ ਲੈ ਕੇ ਰੱਖ ਦਿੱਤਾ ਕਿ ਪਿਛਲੀਆਂ ਸਰਕਾਰਾਂ ਜਾਂ ਦੂਸਰੀਆਂ ਪਾਰਟੀਆਂ ਵੀ ਇਸੇ ਤਰ੍ਹਾਂ ਦੇ ਕਾਨੂੰਨ ਬਣਾਉਣ ਦੀ ਗੱਲ ਕਰਦੀਆਂ ਰਹੀਆਂ ਸੀਗੀਆਂ। ਤੇ ਈਵਨ ਕੰਟਰੈਕਟ ਫਾਰਮਿੰਗ ਵਾਲੀ ਵੀ ਜਿਹੜੀ ਗੱਲ ਆ ਉਹ ਪੰਜਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਪਹਿਲਾਂ ਵੀ ਆਇਆ ਸੀਗਾ। ਇਹ ਜਦੋਂ ਇਹ ਉਭਾਰ ਸ਼ੁਰੂ ਹੋਇਆ ਉਦੋਂ ਭਾਰਤੀ ਜਨਤਾ ਪਾਰਟੀ ਲੈ ਕੇ ਆਉਂਦੀ ਰਹੀ ਵੀ ਕੰਟਰੈਕਟ ਫਾਰਮਿੰਗ ਦਾ ਇੱਕ ਜਿਹੜਾ ਲਾਅ ਆ ਉਹ ਪੰਜਾਬ ਦੇ ਵਿੱਚ ਪਹਿਲਾਂ ਹੀ ਬਣਿਆ ਹੋਇਆ ਆ, ਤੇ ਬੇਸ਼ੱਕ ਉਹਨੂੰ ਆਪਣੇ ਹੱਕ ਦੇ ਵਿੱਚ ਢੁਕਾਉਣਾ ਚਾਹੁੰਦੇ ਸੀਗੇ ਕਿ ਇਸ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਸੀ ਵੀ ਇਹ ਜਾਣਬੁੱਝ ਕੇ ਪੋਲੀਟੀਕਲੀ ਰੌਲਾ ਪਾਇਆ ਜਾ ਰਿਹਾ ਆ, ਤੇ ਜਦ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਉਸ ਤਰ੍ਹਾਂ ਦੀ ਬੁਰਾਈ ਨਹੀਂ ਹੈਗੀ। ਪਰ ਉਹ ਹੁਣ ਮੇਰੇ ਖਿਆਲ ਦੇ ਵਿੱਚ ਉਹ ਗੱਲ ਜਿਹੜੀ ਆ ਉਹ ਬੜੀ ਵੱਡੀ ਪੱਧਰ ਦੇ ਉੱਪਰ ਜਿਹੜੇ ਇਕੋਨਮਿਸਟ ਜਾਂ ਮਾਹਰ ਸੀਗੇ ਉਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜਿਹੜੇ ਵੀ ਲੋੜੀਂਦੇ ਸੇਫਗਾਰਡ ਹੋਣੇ ਚਾਹੀਦੇ ਸੀਗੇ ਉਹ ਇਹਨਾਂ ਦੇ ਵਿੱਚ ਨਹੀਂ ਹੈਗੇ। ਬਿਲਕੁਲ ਹੀ ਇੱਕ ਬਲਾਈਂਡਲੀ ਕਹਿ ਲਓ ਕਿ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਜਿਹਦੇ ਰਾਹੀਂ ਕਾਰਪੋਰੇਟਸ ਅਲਟੀਮੇਟਲੀ ਜਿਹੜੇ ਆ ਉਹ ਜ਼ਮੀਨ ਦੇ ਉੱਪਰ ਕਾਬਜ਼ ਹੋ ਜਾਣੇ, ਜੋ ਕਿ ਇੱਕ ਲੋਕਾਂ ਨੂੰ ਬੜਾ ਵੱਡਾ ਖਦਸ਼ਾ ਵੀ ਉੱਭਰ ਕੇ ਸਾਹਮਣੇ ਆਇਆ। ਪਰ ਪੰਜਾਬ ਦੇ ਵਿੱਚੋਂ ਹੀ ਉਭਾਰ ਕਿਉਂ ਉੱਭਰਿਆ, ਇਹਦੇ ਵਿੱਚ ਇਹ ਗੱਲ ਜ਼ਰੂਰ ਧਿਆਨ ਦੇਣ ਵਾਲੀ ਬਣ ਜਾਂਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਰਜੀਮ ਦੇ ਬਾਰੇ ਦੇ ਵਿੱਚ, ਔਰ ਜਿਹੜੇ ਇੱਕ ਵਿਅਕਤੀ ਨੂੰ ਬਿਲਕੁਲ ਇੱਕ ਨਾਇਕ ਦਾ ਰੁਤਬਾ ਦੇ ਕੇ ਇਹ ਸਾਰੀ ਆਪਣੀ ਕੈਂਪੇਨਿੰਗ ਚਲਾਉਂਦੇ ਆ ਇਲੈਕਸ਼ਨ ਦੀ ਜਾਂ ਹੋਰ, ਵੀ ਉਹਨਾਂ ਦੇ ਬਾਰੇ ਦੇ ਵਿੱਚ ਨਕਾਰਾਤਮਕ ਰਵੱਈਆ ਪੰਜਾਬ ਤੇ ਸਿੱਖਾਂ ਦੇ ਵਿੱਚ ਸੀਗਾ, ਕਿਉਂਕਿ ਉਹ ਇਹਨਾਂ ਦੀ ਜਿਹੜੀ ਛਵੀ ਆ ਉਹ ਪੋਜ਼ਿਟਿਵ ਨਹੀਂ ਸੀਗੀ ਇਹਨਾਂ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਵਿੱਚ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਚੋਣਾਂ ਤੋਂ ਬਾਅਦ ਜਿੰਨੇ ਵੀ ਫੈਸਲੇ ਸਾਹਮਣੇ ਆਏ ਨੇ ਇਹ ਉਹਨਾਂ ਦੀ ਇੱਕ ਕੜੀ ਦੇ ਵਿੱਚ ਹੀ ਇਹ ਇੱਕ ਅਗਲਾ ਪੋਲੀਟੀਕਲ ਡਿਸੀਜਨ ਜਿਹੜਾ ਆ ਉਹ ਦੇਖਿਆ ਜਾ ਸਕਦਾ, ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਜਿਹੜੇ ਕਾਨੂੰਨ ਆ ਕਿਸੇ ਖਿਲਾਫ ਦੇ ਵਿੱਚੋਂ ਸਾਹਮਣੇ ਨਹੀਂ ਆਏ। ਉਹਦੇ ਚ ਮੁੱਖ ਰੂਪ ਦੇ ਵਿੱਚ ਜਦੋਂ ਕਸ਼ਮੀਰ ਦਾ ਜਿਹੜਾ ਇੱਕ ਖਾਸ ਸਿਆਸੀ ਰੁਤਬਾ ਸੀਗਾ, ਸਪੈਸ਼ਲ ਪੋਲੀਟੀਕਲ ਸਟੇਟਸ ਸੀਗਾ, ਆਰਟੀਕਲ 370, ਉਹਨੂੰ ਜਦੋਂ ਐਬਰੋਗੇਟ ਕੀਤਾ ਗਿਆ ਤੇ ਉਸ ਤੋਂ ਇਲਾਵਾ ਜਿਹੜਾ ਇੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਕੇ ਆਂਦਾ ਗਿਆ ਔਰ ਇੱਕ ਨੈਸ਼ਨਲ ਰਜਿਸਟਰਾਰ ਆਫ ਸਿਟੀਜ਼ਨ ਦੀ ਗੱਲ ਜਿਹੜੀ NRC ਦੀ ਗੱਲ ਚੱਲੀ ਹੈ। ਸੋ ਉਸ ਸਮੇਂ ਵੀ ਆਪਾਂ ਦੇਖੀਏ ਤਾਂ ਪੰਜਾਬ ਖਾਸ ਕਰਕੇ ਕਸ਼ਮੀਰ ਵਾਲੇ ਮਸਲੇ ਦੇ ਵਿੱਚ, ਕਿ ਬਾਕੀ ਜੋ ਇੰਡੀਆ ਦਾ ਸਾਰਾ ਹਿੱਸਾ ਸੀਗਾ ਉੱਥੋਂ ਤੁਸੀਂ ਦੇਖੋਗੇ ਕਿ ਉਸ ਤਰ੍ਹਾਂ ਦਾ ਉਹਦੇ ਖਿਲਾਫ ਮੁਖਾਲਫਤ ਜਿਹੜੀ ਆ ਉਹ ਨਹੀਂ ਹੋਈ, ਪਰ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਪਰ ਉਹਦਾ ਵਿਰੋਧ ਹੋਇਆ ਔਰ ਬੜਾ ਓਪਨਲੀ ਵਿਰੋਧ ਹੋਇਆ, ਕੋਈ ਲੁਕੀ ਛਿਪੀ ਗੱਲ ਨਹੀਂ ਉਹ ਕਿਸੇ ਦੇ ਕੋਲੋਂ ਰਹੀ। ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ CA ਵਾਲੇ ਸ਼ਾਹੀਨ ਬਾਗ ਜਾਂ ਹੋਰ ਸਾਰੇ ਮਸਲੇ ਉੱਠੇ ਆ, ਸੋ ਉਦੋਂ ਵੀ ਪੰਜਾਬ ਦੇ ਵਿੱਚੋਂ ਉਹਦੇ ਖਿਲਾਫ ਜਿਹੜੀ ਆਵਾਜ਼ ਆ ਉਹ ਉੱਠਦੀ ਰਹੀ ਆ। ਹਾਲਾਂਕਿ ਉਹ ਫੈਸਲੇ ਸੀਗੇ ਜਿਹੜੇ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਜਾਂ ਸਿੱਖਾਂ ਨੂੰ ਪ੍ਰਭਾਵਿਤ ਨਹੀਂ ਸੀ ਕਰਦੇ, ਪਰ ਉਹਦੇ ਬਾਵਜੂਦ ਪੰਜਾਬ ਦੇ ਵਿੱਚੋਂ ਡਟਵਾਂ ਵਿਰੋਧ ਹੋਇਆ। ਪੰਜਾਬ ਮੈਂ ਇਸ ਕਰਕੇ ਲਫ਼ਜ਼ ਵਰਤਦਾ ਕਿਉਂਕਿ ਉਹਦੇ 'ਚ ਸਾਰੀ ਤਰ੍ਹਾਂ ਦੀ ਵੰਨਗੀ ਹੈ। ਉਹਦੇ ਵਿੱਚ ਮਤਲਬ ਪੰਜਾਬ ਦਾ ਇੱਕ ਉਹ ਹਿੱਸੇ ਜਿਹੜੇ ਆਪਣੀ ਪਛਾਣ ਨੂੰ ਸਿੱਖੀ ਦੇ ਨਾਲ ਨਹੀਂ ਕਰਦੇ, ਪਰ ਉਹ ਇਹਨਾਂ ਮਾਮਲਿਆਂ ਦੇ ਵਿੱਚ ਵੋਕਲ ਰਹਿੰਦੇ ਆ, ਜਿਹਦੇ ਵਿੱਚੋਂ ਲੈਫਟ ਦਾ ਜਾਂ ਨਿਊ ਲੈਫਟ ਦਾ ਇੱਕ ਹਿੱਸਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਹੈਗਾ ਆ ਕਿ ਜਿਹੜਾ ਮਨੁੱਖੀ ਹੱਕਾਂ ਦੇ ਮਾਮਲਿਆਂ ਦੇ ਵਿੱਚ
ਜਾਂ ਕਸ਼ਮੀਰ ਦੇ ਸਿਆਸੀ ਰੁਤਬੇ ਦੇ ਮਾਮਲੇ ਦੇ ਵਿੱਚ, CAA NRC ਦੇ ਮਸਲੇ ਦੇ ਵਿੱਚ ਉਹ ਵੀ ਬੋਲਦੇ ਰਹੇ ਆ। ਤੇ ਸਿੱਖਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਇਸ ਸਾਰੇ ਮਾਮਲੇ ਦੇ ਵਿੱਚ ਫੋਰ ਫਰੰਟ ਦੇ ਉੱਪਰ ਰਹੀ। ਉਸ ਸਮੇਂ ਵੀ ਸ਼ਾਹੀਨ ਬਾਗ ਵਾਲਾ ਜਿਹੜਾ ਪ੍ਰੋਟੈਸਟ ਸੀਗਾ ਉਹ ਵੀ ਆਪਾਂ ਸਾਰਿਆਂ ਨੇ ਦੇਖਿਆ ਹੈ। ਸੋ ਇੱਕ ਗੱਲ ਜਿਹੜੀ ਆ ਇਹਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਤੇ ਜਿਸ ਸਮੇਂ ਦੇ ਉੱਪਰ ਇਹ ਆਰਡੀਨੈਂਸ ਲੈ ਕੇ ਆਂਦੇ ਗਏ, ਕਿਉਂਕਿ ਪਹਿਲਾਂ ਆਰਡੀਨੈਂਸ ਗਵਰਨਮੈਂਟ ਦੇ ਵੱਲੋਂ ਬਣਾਏ ਗਏ ਆ। ਆਰਡੀਨੈਂਸ ਬੇਸਿਕਲੀ ਇੱਕ ਟੈਂਪਰੇਰੀ ਲਾਅ ਦਾ ਪ੍ਰੋਵੀਜ਼ਨ ਹੈਗਾ ਆ ਕਿ ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਹੈਗੀ ਤਾਂ ਐਗਜ਼ੀਕਿਊਟਿਵ ਕੀ ਕਰਦੀ ਆ, ਉਹ ਨਹੀਂ ਕੋਈ ਐਮਰਜੈਂਸੀ ਕੋਈ ਕਾਨੂੰਨ ਬਣਾਉਣਾ ਹੁੰਦਾ ਤਾਂ ਉਹ ਆਰਡੀਨੈਂਸ ਪ੍ਰੋਮਲਗੇਟ ਕਰ ਦਿੰਦੇ ਆ। ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਤਾਂ ਉਹਦੇ ਵਿੱਚ ਉਹ ਜਿਹੜੇ ਆਰਡੀਨੈਂਸ ਆ ਉਹਨਾਂ ਨੂੰ ਬਿੱਲ ਦਾ ਰੂਪ ਦੇ ਕੇ ਪੇਸ਼ ਕੀਤਾ ਜਾਂਦਾ ਤੇ ਫਿਰ ਉਹਨਾਂ ਨੂੰ ਕਾਨੂੰਨ ਬਣਾ ਲਿਆ ਜਾਂਦਾ। ਸੋ ਲੋਕਾਂ ਦੇ ਵਿੱਚ ਇੱਕ ਗੱਲ ਇਹ ਬਹੁਤ ਜ਼ਿਆਦਾ ਗਈ ਕਿ ਕੋਈ ਖੇਤੀ ਦੇ ਵਿੱਚ ਜੇਕਰ ਰਿਫਾਰਮਸ ਦੀ ਜ਼ਰੂਰਤ ਆ ਤੇ ਉਹ ਬੜੇ ਲੰਬੇ ਸਮੇਂ ਤੋਂ ਹੀ ਜ਼ਰੂਰਤ ਸੀਗੀ, ਹੁਣ ਕੋਈ ਨਵੀਂ ਜ਼ਰੂਰਤ ਤਾਂ ਪੈਦਾ ਹੋਈ ਨਹੀਂ ਸੀ ਕਿ ਜਦੋਂ ਇੰਨਾ ਵੱਡੀ ਇੱਕ ਮਹਾਮਾਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ ਉਦੋਂ ਤੁਸੀਂ ਪਹਿਲਾਂ ਆਰਡੀਨੈਂਸ ਐਲਾਨਦੇ ਹੋ, ਕਿਉਂਕਿ ਆਰਡੀਨੈਂਸ ਜਦੋਂ ਆ ਜਾਂਦਾ ਆ ਹੋਣ ਦੇ ਵਿੱਚ ਉਦੋਂ ਤੋਂ ਹੀ ਉਹਦੀ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਫੋਰਸ ਆਫ ਲਾਅ ਆ, ਉਹ ਕਾਨੂੰਨੀ ਤੌਰ ਦੇ ਉੱਪਰ ਉਹਦੀ ਜਿਹੜੀ ਮਾਨਤਾ ਆ ਉਹ ਹੈਗੀ ਆ। ਹਾਲਾਂਕਿ ਪਾਰਲੀਮੈਂਟ ਨੇ ਅਜੇ ਉਹਦੇ ਉੱਪਰ ਡਿਬੇਟ ਨਹੀਂ ਕੀਤੀ, ਕੁਛ ਨਹੀਂ ਕੀਤਾ, ਉਹ ਪਾਸ ਨਹੀਂ ਹੋਇਆ, ਪ੍ਰੈਜ਼ੀਡੈਂਟ ਦੀ ਅਸੈਂਟ ਵੀ ਉਹਨੂੰ ਨਹੀਂ ਮਿਲੀ ਜੋ ਵੀ ਕਨਸਟੀਟਿਊਸ਼ਨਲ ਫਰੇਮਵਰਕ ਦੇ ਮੁਤਾਬਕ ਜ਼ਰੂਰੀ ਹੈ। ਸੋ ਉਹਦੇ ਵਿੱਚ ਬੇਸ਼ੱਕ ਕਿਸੇ ਨੇ ਸ਼ੌਕ ਡਾਕਟਰਾਈਨ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ, ਤਕਰੀਬਨ ਸਾਰੇ ਲੋਕਾਂ ਦੀ ਆਮ ਮਾਨਸਿਕਤਾ ਦੇ ਵਿੱਚ ਵੀ ਇਹ ਗੱਲ ਗਈ ਕਿ ਬਿਮਾਰੀ ਦੇ ਬਹਾਨੇ ਦੇ ਨਾਲ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਸੀਗੇ ਉਹ ਥੋਪਣਾ ਚਾਹੁੰਦੇ ਸੀਗੇ। ਸੋ ਇਸ ਗੱਲ ਦਾ ਕਾਫੀ ਜ਼ਿਆਦਾ ਮਾਨਸਿਕਤਾ ਦੇ ਵਿੱਚ ਲੋਕਾਂ ਦੀ ਦੇ ਵਿੱਚ ਉਹਨੇ ਸਟ੍ਰਾਈਕ ਕੀਤਾ ਇਸ ਗੱਲ ਨੇ। ਫਿਰ ਇਸ ਤੋਂ ਬਾਅਦ ਦੇ ਵਿੱਚ ਕਿਸਾਨ ਧਿਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਾਮਬੰਦੀ ਸ਼ੁਰੂ ਹੋਈ, ਜਿਹਦੇ ਤਹਿਤ ਉਹਨਾਂ ਨੇ ਪਹਿਲਾਂ ਟਰੈਕਟਰਾਂ ਲੈ ਕੇ ਪੰਜਾਬ ਦੇ ਵਿੱਚ ਮਾਰਚ ਕੀਤੇ। ਹਾਲਾਂਕਿ ਜਦੋਂ ਆਰਡੀਨੈਂਸ ਆਉਣ ਵਾਲੇ ਸੀਗੇ ਉਦੋਂ ਤੋਂ ਹੀ ਕਿਸਾਨ ਧਿਰਾਂ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਸ ਤਰ੍ਹਾਂ ਦੇ ਕਾਨੂੰਨ ਗਵਰਨਮੈਂਟ ਲੈ ਕੇ ਆਉਣ ਵਾਲੀ ਹੈ, ਤੁਸੀਂ ਇਹਦੇ ਉੱਪਰ ਕੁਛ ਨਾ ਕੁਛ ਕਰੋ, ਪਰ ਉਹਨਾਂ ਨੇ ਕੋਈ ਇਸ ਮਾਮਲੇ ਦੇ ਵਿੱਚ ਖਿਆਲ ਨਹੀਂ ਕੀਤਾ। ਸੋ ਕਿਸਾਨ ਧਿਰਾਂ ਨੇ ਜਦੋਂ ਲਾਮਬੰਦੀ ਕੀਤੀ ਉਹ 'ਚ ਇੱਕ ਅਹਿਮ ਪੜਾਅ ਜਿਹੜਾ ਆ ਉਹ 25 ਸਤੰਬਰ ਦਾ ਪੰਜਾਬ ਬੰਦ ਸੀਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੜਾ ਅਨਪ੍ਰੈਸੀਡੈਂਟਡ ਹੁੰਗਾਰਾ ਮਿਲਿਆ, ਕਿਉਂਕਿ ਆਮ ਤੌਰ ਦੇ ਉੱਪਰ ਕਿਸਾਨ ਯੂਨੀਅਨਾਂ ਵੱਲੋਂ ਜਿਹੜੇ ਇਕੱਠ ਕੀਤੇ ਜਾਂਦੇ ਸੀ ਉਹਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਰਵਾਇਤੀ ਕੇਡਰ ਸੀਗਾ ਉਹੀ ਜ਼ਿਆਦਾਤਰ ਸ਼ਾਮਲ ਹੁੰਦਾ ਸੀਗਾ। ਪਰ ਇਹ ਪਹਿਲੀ ਵਾਰੀ ਹੋਇਆ ਕਿ ਬੜੇ ਵੱਡੇ ਪੱਧਰ ਦੇ ਉੱਪਰ ਉਹਦੇ ਵਿੱਚ ਨੌਜਵਾਨ ਸ਼ਾਮਲ ਹੋਏ, ਔਰ ਖਾਸ ਤੌਰ ਦੇ ਉੱਪਰ ਜਿਹੜਾ ਇੱਕ ਨੈਰੇਟਿਵ ਉਦੋਂ ਚੱਲਿਆ ਕਿ ਕੁਝ ਇੱਕ ਕਲਾਕਾਰਾਂ ਦੇ ਨਾਲ ਔਰ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਯੂਥ ਜਿਹੜਾ ਸੀ ਉਹ ਸ਼ੰਭੂ ਬੈਰੀਅਰ ਦੇ ਉੱਪਰ ਇਕੱਠੇ ਹੋਏ। ਸੋ ਉੱਥੋਂ ਇੱਕ ਆਲਟਰਨੇਟਿਵ ਨੈਰੇਟਿਵ ਵੀ ਆਇਆ, ਜਿਹੜਾ ਕਿ ਬਾਅਦ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਵੀ ਰਿਹਾ, ਸ਼ੰਭੂ ਮੋਰਚੇ ਦੇ ਤਹਿਤ ਰਿਹਾ। ਪਰ ਉਦੋਂ ਉਹ ਕੋਈ ਇਸ ਤਰ੍ਹਾਂ ਦੀ ਆਪਾਂ ਕਹੀਏ ਕਿ ਪਲੈਨਡ ਈਵੈਂਟ ਨਹੀਂ ਸੀਗਾ, ਇੱਕ ਸਪੌਂਟੇਨੀਅਸ ਜਿਹਾ ਇਕੱਠ ਸੀਗਾ, ਪਰ ਉਹਨੇ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ। ਤੇ ਇਹ ਆਇਆ ਕਿ ਜਿੱਡਾ ਇੱਕ ਵੱਡਾ ਚੈਲੰਜ ਆਇਆ ਆ, ਉਸ ਚੈਲੰਜ ਦੇ ਮੁਕਾਬਲੇ ਦੇ ਉੱਪਰ ਸਾਨੂੰ ਆਪਣੀ ਗੱਲ ਜਿਹੜੀ ਆ ਉਹ ਲੈ ਕੇ ਜਾਣੀ ਚਾਹੀਦੀ ਹੈ। ਸੋ ਇੱਕ ਗੱਲ ਜਿਹੜੀ ਆਮ ਅਹਿਮ ਇਸ ਸਾਰੇ ਮਸਲੇ ਦੇ ਵਿੱਚ ਹੋਈ ਉਹ ਹੈਗੀ ਆ ਆਰਟਿਸਟਸ ਦੀ ਜਿਹੜੀ ਰੋਲ ਹੈਗਾ, ਕਿ ਉਹਨਾਂ ਨੇ ਲਾਮਬੰਦੀ ਜਿਹੜੀ ਆ ਉਹ ਬੜੇ ਵਿਆਪਕ ਪੱਧਰ ਦੇ ਉੱਪਰ ਕੀਤੀ। ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਨੈਰੇਟਿਵ ਜਿਹੜੇ ਆ ਉਹ ਸਾਹਮਣੇ ਆਏ ਆ। ਇੱਕ ਜਿਹੜਾ ਸੀਗਾ ਉਹ ਬਿਲਕੁਲ ਇਕਨੋਮਿਕ ਨੈਰੇਟਿਵ ਸੀਗਾ, ਜੋ ਕਿਸਾਨ ਯੂਨੀਅਨਾਂ ਦਾ ਇੱਕ ਟ੍ਰੈਡੀਸ਼ਨਲੀ ਚੱਲਿਆ ਆਉਂਦਾ ਸੀਗਾ ਕਿ ਇਹ ਵਾਲਾ ਜਿਹੜਾ ਮਸਲਾ ਹੈਗਾ ਕਿਸਾਨੀ ਨਾਲ ਜੁੜਿਆ ਹੋਇਆ, ਇਹ ਸਿਰਫ ਆਰਥਿਕਤਾ ਦਾ ਮਸਲਾ ਆ ਤੇ ਸਾਡੀ ਰੋਜੀ ਰੋਟੀ ਦਾ ਮਸਲਾ ਆ, ਸਾਡੇ ਰੁਜ਼ਗਾਰ ਦਾ ਮਸਲਾ ਆ। ਉਹ ਇੱਥੋਂ ਤੱਕ ਹੀ ਗੱਲ ਕਰਦੇ ਸੀਗੇ, ਇਸ ਤੋਂ ਅੱਗੇ ਉਹ ਗੱਲ ਜਿਹੜੀ ਹੈ ਉਹ ਨਹੀਂ ਸੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ। ਪਰ ਉਹਦੇ ਮੁਕਾਬਲੇ ਦੇ ਉੱਪਰ ਆਪਾਂ ਕਹੀਏ ਕਿ ਇੱਕ ਕਲਚਰਲ ਤੇ ਪੋਲੀਟੀਕਲ ਨੈਰੇਟਿਵ ਆਇਆ, ਜਿਹੜਾ ਬਹੁਤ ਸਾਰੇ ਹਿੱਸਿਆਂ ਦੇ ਵੱਲੋਂ ਉਹਨੂੰ ਆਪਾਂ ਕਹੀਏ ਕਿ ਅੱਗੇ ਵਧਾਇਆ ਗਿਆ। ਪਰ ਮੁੱਖ ਤੌਰ ਦੇ ਉੱਪਰ ਜਿਹੜਾ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਮਾਊਥ ਪੀਸ ਬਣਿਆ ਉਹ ਸ਼ੰਭੂ ਮੋਰਚਾ ਸੀਗਾ, ਜਿਹਦੇ ਵਿੱਚ ਇਹ ਗੱਲ ਆਈ ਕਿ ਇਹ ਬੇਸਿਕਲੀ ਇੱਕ ਕਲਚਰਲ ਤੇ ਪੋਲੀਟੀਕਲ ਮਸਲਾ ਹੈਗਾ ਆ।
ਇਕਨੋਮਿਕਸ ਦੇ ਵਿੱਚ ਜਾਂ ਆਰਥਿਕਤਾ ਦੇ ਵਿੱਚ ਉਹਦੇ ਫਾਲ ਆਊਟ ਹੋ ਰਹੇ ਆ। ਹੁਣ ਜੇਕਰ ਇਹਨਾਂ ਕਾਨੂੰਨਾਂ ਨੂੰ ਵੀ ਦੇਖੀਏ ਕਿ ਇੱਕ ਏਡੇ ਵੱਡੇ ਵਿਆਪਕ ਖਿੱਤੇ ਦੇ ਵਾਸਤੇ ਗਵਰਨਮੈਂਟ ਬਿਨਾਂ ਡਿਊ ਡੈਲੀਬਰੇਸ਼ਨ ਦੇ ਜਾਂ ਲੋਕਾਂ ਦੀ ਰਾਏ ਲਏ ਦੇ ਜਾਂ ਸੰਬੰਧਿਤ ਧਿਰਾਂ ਦੀ ਰਾਏ ਲਏ ਤੇ ਆਪਣੇ ਆਪ ਇੱਕ ਆਪਦੀ ਇੱਕ ਪੋਲੀਟੀਕਲ ਮੈਜੋਰਿਟੀ ਕਰਕੇ ਉਹ ਇੱਕ ਕਾਨੂੰਨ ਬਣਾ ਲੈਂਦੇ ਆ, ਤਾਂ ਉੱਥੇ ਤੁਹਾਨੂੰ ਇਹ ਗੱਲ ਦੇਖਣੀ ਪੈਂਦੀ ਹੈ ਕਿ ਜਿਹੜੇ ਇਸ ਖਿੱਤੇ ਦੇ ਵਿੱਚ ਬੈਲੈਂਸ ਆਫ ਪਾਵਰ ਆ, ਉਹ ਇੰਨਾ ਜ਼ਿਆਦਾ ਸੈਂਟਰ ਦੇ ਹੱਥ ਦੇ ਵਿੱਚ ਜਾ ਚੁੱਕਾ ਆ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਬਣਾ ਸਕਦੇ ਆ ਜਿਹੜਾ ਅਸਲ ਦੇ ਵਿੱਚ ਸਟੇਟਸ ਨੂੰ ਜਾਂ ਉੱਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈਗਾ। ਸੋ ਉਹਦੇ ਤੋਂ ਇਹ ਗੱਲਬਾਤ ਜਿਹੜੀ ਆ ਉਹ ਸਾਰੀ ਚੱਲੀ, ਜਿੱਥੋਂ ਮੁੱਖ ਰੂਪ ਦੇ ਵਿੱਚ ਇੱਕ ਤਾਂ ਇਹ ਆਇਆ ਕਿ ਇਹਦੇ ਜਿਹੜੀਆਂ ਇੰਪਲੀਕੇਸ਼ਨਸ ਨੇ ਸਾਰੀਆਂ ਉਹ ਇਕੱਲੀਆਂ ਇਕਨੋਮਿਕ ਨਹੀਂ ਹੈਗੀਆਂ, ਉਹ ਕਲਚਰਲ ਨੇ, ਪੋਲੀਟੀਕਲ ਨੇ, ਔਰ ਜਿਹਦੇ ਵਿੱਚੋਂ ਸੈਂਟਰ ਸਟੇਟ ਰਿਲੇਸ਼ਨਸ ਨੂੰ ਰੀਡਿਫਾਈਨ ਕਰਨ ਦੀ ਗੱਲ ਜਿਹੜੀ ਆ ਉਹ ਚੱਲੀ, ਜਾਂ ਮੁੱਖ ਰੂਪ ਦੇ ਵਿੱਚ ਆਪਾਂ ਕਹੀਏ ਕਿ ਪੰਜਾਬ ਦੀ ਇੱਕ ਖੁਦ ਮੁਖਤਿਆਰੀ ਦੀ ਗੱਲ, ਜਿਹਦੇ ਵਿੱਚੋਂ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਦੀ ਗੱਲ ਵੀ ਚੱਲੀ ਕਿ ਜਦੋਂ ਵੀ 1849 ਦੇ ਵਿੱਚ ਪੰਜਾਬ ਦਾ ਜਿਹੜਾ ਇੰਡੀਪੈਂਡੈਂਟ ਇਕੋਨਮੀ ਸੀਗੀ ਜਾਂ ਆਟੋਨਮਸ ਇਕੋਨਮੀ ਸੀਗੀ ਜਿਹੜੀ ਸਿੱਖ ਰਾਜ ਦੇ ਸਮੇਂ, ਉਹ ਬ੍ਰਿਟਿਸ਼ ਦੇ ਆਉਣ ਦੇ ਨਾਲ ਖਤਮ ਹੋਈ, ਔਰ ਉਹਨਾਂ ਨੇ ਬਿਲਕੁਲ ਇੱਕ ਕਲੋਨੀਅਲ ਪਾਵਰ ਜਿਸ ਤਰ੍ਹਾਂ ਕਰਦੀ ਹੈ ਕਿ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਇੱਥੋਂ ਦਾ ਸਾਰਾ ਐਗਰੇਰੀਅਨ ਮਾਡਲ ਉਸ ਤਰ੍ਹਾਂ ਦਾ ਲਿਆਂਦਾ ਜਿਹੜਾ ਉਹਨਾਂ ਨੂੰ ਸੂਟ ਕਰਦਾ ਸੀਗਾ, ਹਾਲਾਂਕਿ ਉਹ ਪੰਜਾਬ ਨੂੰ ਸੂਟ ਕਰਦਾ ਸੀ ਜਾਂ ਨਹੀਂ ਇਸ ਗੱਲ ਦਾ ਉਹਨਾਂ ਨੇ ਨਹੀਂ ਧਿਆਨ ਦਿੱਤਾ। ਔਰ ਉਸ ਤੋਂ ਬਾਅਦ ਦੇ ਵਿੱਚ 1947 ਦੀ ਜਦੋਂ ਵੰਡ ਹੁੰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਵੀ ਇੰਡੀਅਨ ਸਟੇਟ ਨੇ ਵੀ ਉਸੇ ਲਿਗੇਸੀ ਨੂੰ ਹੀ ਅੱਗੇ ਤੋਰਿਆ ਆ। ਉਹਨਾਂ ਨੇ ਵੀ ਇੱਥੇ ਦਾ ਜਿਹੜਾ ਐਗਰੀਕਲਚਰ ਮਾਡਲ ਹੈ ਉਹ ਇਸ ਤਰ੍ਹਾਂ ਦਾ ਬਣਾਇਆ ਜਿਹੜਾ ਦਿੱਲੀ ਦੀਆਂ ਜ਼ਰੂਰਤਾਂ ਨੂੰ ਸੂਟ ਕਰਦਾ। ਇਹ ਨਹੀਂ ਦੇਖਿਆ ਜਾਂਦਾ ਕਿ ਪੰਜਾਬ ਦੇ ਨੈਚੁਰਲ ਰਿਸੋਰਸਿਸ ਦੇ ਮੁਤਾਬਕ ਜਾਂ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਦੇ ਮੁਤਾਬਕ ਜਾਂ ਸਾਡੀਆਂ ਵਪਾਰ ਦੀਆਂ ਪੋਸੀਬਿਲਿਟੀਜ਼ ਦੇ ਮੁਤਾਬਕ ਕਿਸ ਤਰ੍ਹਾਂ ਦਾ ਫਸਲੀ ਚੱਕਰ ਪੰਜਾਬ ਦੇ ਵਿੱਚ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਇਹਦੇ ਦੌਰਾਨ ਗਵਰਨਮੈਂਟ ਦੇ ਨਾਲ ਜਿਹੜੀ ਗੱਲਬਾਤ ਸੀਗੀ ਉਹ ਆਲਮੋਸਟ ਡੈਡਲੌਕ ਹੀ ਸੀਗਾ, ਕਿਸੇ ਵੀ ਤਰ੍ਹਾਂ ਦਾ ਕੋਈ ਹੁੰਗਾਰਾ ਜਿਹੜਾ ਆ ਉਹ ਸਰਕਾਰ ਦੇ ਵੱਲੋਂ ਨਹੀਂ ਸੀਗਾ, ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਦਿੱਲੀ ਚੱਲੋ ਦਾ ਇੱਕ ਕਾਲ ਜਿਹੜੀ ਆ ਉਹ ਕਿਸਾਨ ਯੂਨੀਅਨਾਂ ਦੇ ਵੱਲੋਂ ਦਿੱਤੀ ਗਈ, ਜਿਹੜੀ ਕਿ ਬੜੀ ਅਹਿਮ ਪੜਾਅ ਇੱਕ ਸਾਬਤ ਹੋਈ ਹੈ। ਇਸ ਤੋਂ ਪਹਿਲਾਂ ਇਹ ਗੱਲ ਜ਼ਰੂਰ ਵਾਪਰੀ, ਜਿਹੜਾ ਇੱਕ ਅੰਡਰ ਕਰੰਟ ਚੱਲਿਆ ਉਹ ਇਹ ਸੀਗਾ ਕਿ ਇਸ ਸਾਰੇ ਮਸਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੜੀ ਵਿਰੋਧੀ ਦੀ ਪਛਾਣ ਹੈ ਉਹ ਦਿੱਲੀ ਤਖਤ ਵਜੋਂ ਕੀਤੀ। ਇਹ ਪਹਿਲੀ ਵਾਰੀ ਹੋਇਆ, ਨਹੀਂ ਤਾਂ ਅਕਸਰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਤੱਕ ਗੱਲ ਸੀਮਤ ਰੱਖੀ ਜਾਂਦੀ ਸੀ, ਪਰ ਇਹ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਦਿੱਲੀ ਤਖਤ ਨੂੰ ਮਤਲਬ ਇੱਕ ਆਪਣੇ ਵਿਰੋਧੀ ਦੇ ਤੌਰ ਦੇ ਉੱਪਰ ਆਇਡੈਂਟੀਫਾਈ ਕੀਤਾ। ਉਹਦੇ ਜਿੰਨੇ ਕਰੈਕਟਰਿਸਟਿਕਸ ਨੇ ਉਹ ਡਿਸਕਸ ਹੁੰਦੇ ਰਹੇ। ਈਵਨ ਢਾਡੀਆਂ ਜਾਂ ਕਮਿਸ਼ਨਰਾਂ ਨੇ ਵੀ ਸਟੇਜਾਂ ਤੋਂ ਇਹ ਗੱਲ ਕਹੀ ਕਿ ਦਿੱਲੀ ਤਖਤ ਦੀ ਜਿਹੜੀ ਤਾਸੀਰ ਹੈ ਵੀ ਇਹ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਉਹ ਨਿਕਲ ਕੇ ਆ ਰਹੇ ਆ। ਔਰ ਇੰਨਾ ਜ਼ਿਆਦਾ ਇਹ ਨਰੇਟਿਵ ਆਪਾਂ ਕਹਿ ਸਕਦੇ ਹਾਂ ਕਿ ਪਾਵਰਫੁਲ ਤਰੀਕੇ ਦੇ ਨਾਲ ਉੱਭਰਿਆ ਕਿ ਜਿਹੜੇ ਬੰਦੇ ਬਿਲਕੁਲ ਵੀ ਇਕਨੋਮਿਕ ਆਸਪੈਕਟ ਤੋਂ ਅੱਗੇ ਜਾਂਦੇ ਨਹੀਂ ਸੀਗੇ, ਹੁਣ ਉਹਨਾਂ ਦੀਆਂ ਪਿਛਲੇ 1.5-2 ਮਹੀਨੇ ਤੋਂ ਤੁਸੀਂ ਇੰਟਰਵਿਊ ਸੁਣ ਲਓ ਚਾਹੇ ਸਪੀਚਾਂ ਸੁਣ ਲਓ, ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਆਪਣੇ ਹੋਂਦ ਦੀ ਲੜਾਈ ਲੜ ਰਿਹਾ ਹੈ। ਸੋ ਜਿਹੜੀ ਟਰਮੀਨੋਲੋਜੀ, ਜਿਹੜੀਆਂ ਗੱਲਾਂ ਨੂੰ ਪਹਿਲਾਂ ਮੰਨਦੇ ਨਹੀਂ ਸੀਗੇ। ਦੂਸਰਾ ਇਹ ਹੋਇਆ ਕਿ ਜਦੋਂ ਤੁਸੀਂ ਦਿੱਲੀ ਨੂੰ ਵਿਰੋਧੀ ਦੇ ਵਜੋਂ ਉਹਦੀ ਸ਼ਨਾਖਤ ਕੀਤੀ ਹੈ ਤਾਂ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲਚਰਲ ਤੇ ਹਿਸਟੋਰੀਕਲ ਸਿਗਨੀਫਿਕੈਂਸ ਵਾਲੀਆਂ ਸੀਗੀਆਂ, ਜਾਂ ਸਾਡੇ ਲਈ ਸਿੱਖਾਂ ਵਾਸਤੇ ਜਿਹੜੀਆਂ ਇੱਕ ਉਸ ਤੋਂ ਵੀ ਵੱਧ ਆਪਾਂ ਕਹਿ ਸਕਦੇ ਕਿ ਇਤਿਹਾਸਕ ਜਾਂ ਸੱਭਿਆਚਾਰਕ ਤੋਂ ਵੱਧ ਕੇ ਸਾਡੇ ਵਿਸ਼ਵਾਸ ਨਾਲ ਜੁੜੀਆਂ ਹੋਈਆਂ ਗੱਲਾਂ ਸੀਗੀਆਂ, ਜਿਹੜੀ ਇੱਕ ਗੁਰੂ ਦੇ ਤੱਤ ਦੀ ਗੱਲ ਸੀਗੀ, ਉਹ ਬਹੁਤ ਜ਼ਿਆਦਾ ਚੇਤ ਰੂਪ ਦੇ ਵਿੱਚ ਇਹਦੇ ਸਾਹਮਣੇ ਆਈ ਹੈ। ਬੇਸ਼ੱਕ ਉਹ ਗੀਤਾਂ ਦੇ ਰਾਹੀਂ ਪ੍ਰਗਟ ਹੋਈ ਹੋਵੇ, ਬੇਸ਼ੱਕ ਲੋਕਾਂ ਦੇ ਨਾਅਰਿਆਂ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਹੋਵੇ, ਤੇ ਚਾਹੇ ਉਸ ਭਾਵਨਾ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਹੋਵੇ। ਕਾਮਰੇਡਾਂ ਦੀਆਂ ਸਟੇਜਾਂ ਤੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕੀਤੇ ਬਿਨਾਂ ਕੋਈ ਨਹੀਂ ਰਹਿ ਸਕਿਆ ਕਿ ਇਸ ਖਿੱਤੇ ਦੇ ਵਿੱਚ ਜਿਹੜਾ ਵਾਹੀ ਕਰਨ ਦਾ ਲੋਕਾਂ ਨੂੰ ਹੱਕ ਮਿਲਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਸੋ ਉਹ ਇੱਕ ਸਾਰੀ ਚੀਜ਼ ਜਿਹੜੀ ਆ ਉਹ ਰਿਵਾਈਵ ਹੋਈ। ਸੋ ਇਸੇ ਦੌਰਾਨ ਹੀ ਜਦੋਂ ਦਿੱਲੀ ਚੱਲੋ ਵਾਲਾ ਸੀਗਾ, ਦੇਖੋ ਜੋ ਇੱਥੇ ਮਾਹੌਲ ਅਸੀਂ ਦੇਖਿਆ ਉਹਦੇ ਵਿੱਚ ਇਹ ਸੀਗਾ ਕਿ ਯੂਨੀਅਨਸ ਨੇ ਕਾਲ ਤਾਂ ਜ਼ਰੂਰ ਦਿੱਤੀ ਸੀਗੀ ਦਿੱਲੀ ਜਾਣ ਦੀ,
ਪਰ ਉਹਨਾਂ ਨੂੰ ਵੀ ਇਹੀ ਲੱਗਦਾ ਸੀਗਾ ਕਿ ਦਿੱਲੀ ਕਿਸੇ ਨੇ ਜਾਣ ਨਹੀਂ ਦੇਣਾ ਹੈਗਾ। ਜੋ ਹੁਣ ਦੇ ਹਾਲਾਤ ਜਿਹੜੇ ਨੇ ਉਹ ਬਿਲਕੁਲ ਵੱਖਰੇ ਹੈ, ਪਰ ਜੇਕਰ ਆਪਾਂ ਉਹ 25 ਤਰੀਕ ਦੇ ਹਾਲਾਤ ਜਿਹੜੇ ਹੈਗੇ ਆ ਪਿਛਲੇ ਮਹੀਨੇ ਦੇ ਨਵੰਬਰ ਦੇ ਉਹ ਦੇਖੀਏ, ਉਦੋਂ ਬਹੁਤੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਕਿਸੇ ਨੇ ਦਿੱਲੀ ਜਾਣ ਨਹੀਂ ਦੇਣਾ ਹੈਗਾ। ਔਰ ਕਿਸਾਨ ਯੂਨੀਅਨਾਂ ਦੇ ਵੱਲੋਂ ਤਾਂ ਬਕਾਇਦਾ ਐਲਾਨ ਹੀ ਇਹ ਸੀਗਾ ਕਿ ਜਿੱਥੇ ਵੀ ਸਾਨੂੰ ਰੋਕਿਆ ਗਿਆ ਅਸੀਂ ਉੱਥੇ ਰੁਕ ਜਾਣਾ। ਉਗਰਾਹਾਂ ਗਰੁੱਪ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਬਿਲਕੁਲ ਸਾਫ਼ ਤੌਰ ਦੇ ਉੱਪਰ ਇਹ ਗੱਲ ਕਿਹਾ ਕਿ ਅਸੀਂ ਆਪਣੇ ਐਡਵਾਂਸਡ ਜਥੇ ਜਿਹੜੇ ਆ ਉਹ ਭੇਜ ਦਿੱਤੇ ਆ ਤੇ ਉਹ ਉੱਥੇ ਜਾ ਕੇ ਲੰਗਰ ਲਾਉਣਗੇ ਜਿਹੜੀਆਂ ਥਾਵਾਂ ਦੇ ਉੱਪਰ ਸਾਨੂੰ ਰੋਕਿਆ ਜਾਣਾ ਆ। ਸ਼ੰਭੂ ਬੈਰੀਅਰ ਦੇ ਉੱਪਰ ਨਾਕੇ ਸਭ ਤੋਂ ਪਹਿਲਾਂ ਟੁੱਟੇ ਆ। ਇੱਥੇ ਬਲਬੀਰ ਸਿੰਘ ਰਾਜੇਵਾਲ ਹੋਣੀ ਤਕਰੀਬਨ ਘੰਟਾ ਡੇਢ ਘੰਟਾ ਆਪਣੇ ਬੰਦਿਆਂ ਨੂੰ ਇਹ ਗੱਲ ਕਹਿੰਦੇ ਰਹੇ ਕਿ ਨਹੀਂ, ਆਪਣਾ ਪ੍ਰੋਗਰਾਮ ਅੱਗੇ ਜਾਣ ਦਾ ਨਹੀਂ ਸੀਗਾ, ਆਪਣਾ ਪ੍ਰੋਗਰਾਮ ਇੱਥੇ ਰੁਕਣ ਦਾ ਸੀਗਾ। ਪਰ ਇਸ ਮੂਵਮੈਂਟ ਦੀ ਜਿਹੜੀ ਇੱਕ ਖੂਬਸੂਰਤੀ ਆ ਉਹ ਇਸ ਗੱਲ ਦੀ ਰਹੀ ਹੈ ਕਿ ਇਹਨੂੰ ਜਿਹੜਾ ਇੱਕ ਪਬਲਿਕ ਦਾ ਰੌਂ ਹੈ ਉਹੀ ਡਰਾਈਵ ਕਰ ਰਿਹਾ ਹੈ। ਹਰ ਵਾਰ ਜਦੋਂ ਵੀ ਡੈਡਲੌਕ ਬਣਿਆ ਆ ਉਹ ਕਿਸੇ ਈਵੈਂਟ ਦੇ ਨਾਲ ਟੁੱਟਿਆ ਆ। ਉਹ ਈਵੈਂਟ ਜਿਹੜੇ ਆ ਉਹ ਲੋਕਾਂ ਨੇ ਹੀ ਕ੍ਰੀਏਟ ਕੀਤਾ। ਉਹਦੇ ਵਿੱਚ ਇਹ ਗੱਲ ਠੀਕ ਹੈ ਕਿ ਲਾਮਬੰਦੀ ਜਾਂ ਲੀਡਰਸ਼ਿਪ ਦਾ ਇੱਕ ਆਪਣਾ ਰੋਲ ਹੈਗਾ ਆ ਕਿ ਉਹ ਉਸ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਰੋਲ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਕੋਲ ਹੈਗਾ ਆ। ਔਰ ਇਹਦੇ ਦੌਰਾਨ ਕੁਛ ਇੱਕ ਗੱਲਾਂ ਜਿਹੜੀਆਂ ਖਾਸ ਵਾਪਰੀਆਂ, ਉਹ ਇੱਕ ਤਾਂ ਇਹ ਵਾਪਰੀਆਂ ਕਿ ਆਮ ਤੌਰ ਦੇ ਉੱਪਰ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਪੋਲੀਟੀਕਲ ਸਟਰਕਚਰਸ ਨੇ ਉਹਨਾਂ ਤੋਂ ਬਿਨਾਂ ਕੁਛ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਤੇ ਪੋਲੀਟੀਕਲ ਸਟਰਕਚਰ ਤੋਂ ਉਹਨਾਂ ਦਾ ਇੱਕੋ ਹੀ ਭਾਵ ਹੁੰਦਾ ਆ ਕਿ ਤੁਸੀਂ ਇੱਕ ਵੋਟਾਂ ਵਾਲੀ ਪਾਰਟੀ ਬਣਾਓ ਤੇ ਵੋਟਾਂ ਲੜੋ। ਉਸ ਤੋਂ ਇਲਾਵਾ ਜਿਹਨੇ ਵੋਟਾਂ ਨਹੀਂ ਲੜਨੀਆਂ ਉਹ ਉਹਨਾਂ ਨੂੰ ਪੋਲੀਟੀਕਲ ਸਟਰਕਚਰ ਨਹੀਂ ਲੱਗਦਾ। ਸੋ ਇਸ ਮੂਵਮੈਂਟ ਨੇ ਇੱਕ ਤਾਂ ਇਹ ਜਿਹੜੀ ਮਿੱਥ ਬਣ ਰਹੀ ਸੀਗੀ ਇਹ ਤੋੜੀ ਹੈ। ਉਹਨਾਂ ਨੇ ਇਹ ਦਿਖਾਇਆ ਕਿ ਹਰ ਇੱਕ ਕੰਮ ਨੂੰ ਕਰਨ ਦੇ ਵਾਸਤੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਵੋਟਾਂ ਵਾਲੀ ਪਾਰਟੀ ਬਣਾ ਕੇ ਲੜੋ। ਜੇਕਰ ਲੋਕਾਂ ਦੀ ਲਾਮਬੰਦੀ ਤੇ ਪ੍ਰੈਸ਼ਰ ਹੋਵੇ ਤੇ ਉਹ ਇੱਕ ਪਹਿਰੇਦਾਰੀ ਰੋਲ ਆਪਣਾ ਅਖਤਿਆਰ ਕਰ ਲੈਣ ਤਾਂ ਇਹੀ ਜਿਹੜੀਆਂ ਚੱਲ ਰਹੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ ਇਹ ਕਿਸੇ ਵੀ ਮੌਕੇ ਦੇ ਉੱਪਰ ਜੋ ਇੱਕ ਬਣਦਾ ਰੋਲ ਇੱਕ ਵਿਦਿਨ ਸਿਸਟਮ ਰਹਿਣ ਵਾਲੀ ਪੋਲੀਟੀਕਲ ਪਾਰਟੀ ਜਿਹਨੇ ਇਲੈਕਸ਼ਨ ਲੜਨੀ ਹੈ ਉਹਦੇ ਵੱਲੋਂ ਜੋ ਰੋਲ ਪਲੇ ਕੀਤਾ ਜਾਣਾ ਚਾਹੀਦਾ ਇਹ ਕਰ ਲੈਂਦੇ ਆ। ਕਿਉਂਕਿ ਜੇਕਰ ਲੋਕਾਂ ਦਾ ਪ੍ਰੈਸ਼ਰ ਜਾਂ ਲੋਕ ਜਾਗਦੇ ਹੋਣ ਜਾਂ ਉਹ ਆਪ ਦੇ ਪਹਿਰੇਦਾਰੀ ਦੇ ਰੋਲ ਦੇ ਵਿੱਚ ਹੋਣ, ਸਟਰਗਲ ਦੇ ਰੋਲ ਦੇ ਵਿੱਚ ਹੋਣ। ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਗੱਲ ਹੈ ਕਿ ਉਹ ਪਹਿਲਾਂ ਬਿਲਕੁਲ ਹੀ ਜਸਟੀਫਾਈ ਕਰਦੇ ਸੀਗੇ ਸਾਰੇ ਕਾਸੇ ਨੂੰ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਆਪਣੀ ਇੰਨੀ ਲੰਬੀ ਭਾਈਵਾਲੀ ਜਿਹੜੀ ਸੀਗੀ ਉਹ ਤੋੜਨੀ ਪਈ। ਕੈਪਟਨ ਅਮਰਿੰਦਰ ਸਿੰਘ ਦੀ ਵੀ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਵੱਲੋਂ ਵੀ ਮਤਲਬ ਕਾਨੂੰਨ ਬਣਾਏ ਗਏ, ਭਾਵੇਂ ਕਿ ਸਭ ਨੂੰ ਪਤਾ ਸੀਗਾ ਕਿ ਉਹਨਾਂ ਨਾਲ ਕੁਛ ਨਹੀਂ ਬਣਨਾ, ਪਰ ਕਿਉਂਕਿ ਕਿਸਾਨ ਯੂਨੀਅਨਾਂ ਨੇ ਮੀਟਿੰਗ ਕਰਕੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡੇ ਹੱਥ 'ਚ ਤਾਂ ਇਹ ਹੈਗਾ ਵੀ ਤੁਸੀਂ ਇੱਕ ਰੈਜ਼ੋਲੂਸ਼ਨ ਲਿਆ ਸਕਦੇ ਆ, ਬਾਕੀ ਆਪਣੇ ਬਿੱਲ ਪਾਸ ਕਰਕੇ ਸੈਂਟਰ ਨੂੰ ਭੇਜ ਸਕਦੇ ਆ। ਤੇ ਉਹਨਾਂ ਨੇ ਆਪਣਾ ਉਹ ਰੋਲ ਜਿਹੜਾ ਸੀਗਾ ਉਹ ਕਰ ਦਿੱਤਾ। ਔਰ ਇੱਕ ਇਸ ਮਾਮਲੇ ਦੀ ਖੂਬਸੂਰਤੀ ਜਿਹੜੀ ਆ ਉਹ ਇਹ ਵੀ ਹੈ ਕਿ ਕੋਈ ਵੀ ਕਿਸਾਨ ਯੂਨੀਅਨਾਂ ਦੀ ਸੈਂਟਰਲਾਈਜ਼ਡ ਲੀਡਰਸ਼ਿਪ ਨਹੀਂ ਹੈਗੀ। ਉਹ ਨਾ ਹੋਣ ਕਰਕੇ ਉਹ ਵੀ ਇੰਨੇ ਜ਼ਿਆਦਾ ਡਾਇਵਰਸ ਆ ਕਿ ਉਹ ਵੀ ਲਗਾਤਾਰ ਇੱਕ ਦੂਸਰੇ ਦੇ ਤੇ ਲੋਕਾਂ ਦੇ ਪ੍ਰੈਸ਼ਰ ਦੇ ਹੇਠ ਰਹਿ ਰਹੇ ਆ। ਜੇਕਰ ਤੁਸੀਂ ਆ ਪਿਛਲੇ 2-3 ਦਿਨਾਂ ਦੀ ਪ੍ਰੈਸ ਕਾਨਫਰੰਸਾਂ ਸੁਣੋ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਕੀਤੀਆਂ ਨੇ, ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਆ। ਈਵਨ ਮਤਲਬ ਕੱਲ ਤਾਂ ਰੁਲਦਾ ਸਿੰਘ ਨੇ ਇਹ ਗੱਲ ਕਹਿ ਹੀ ਦਿੱਤੀ ਨਾ, ਉਹ ਕਹਿੰਦਾ ਕਿ ਭਾਈ ਮਤਲਬ ਅਸੀਂ ਲੌਂਗੋਵਾਲ ਵਾਲੀ ਨਹੀਂ ਕਰ ਸਕਦੇ ਵੀ ਅਸੀਂ ਮਤਲਬ ਸਰਕਾਰ ਦੀਆਂ ਡਾਂਗਾਂ ਖਾ ਲਾਂਗੇ, ਲੋਕਾਂ ਦੇ ਕੋਲੋਂ ਨਹੀਂ ਖਾ ਹੋਣੀਆਂ, ਵੀ ਇਹ ਨਹੀਂ ਅਸੀਂ ਕਰ ਸਕਦੇ, ਹਨਾ। ਸੋ ਇਹਦੇ ਵਿੱਚ ਇਹ ਗੱਲ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਕਿ ਜਿੱਥੇ ਆਮ ਤੌਰ ਦੇ ਉੱਪਰ ਅਸੀਂ ਇਹ ਮੰਨਦੇ ਸੀਗੇ ਕਿ ਜਿੰਨੀ ਦੇਰ ਤੱਕ ਸੈਂਟਰਲਾਈਜ਼ਡ ਲੀਡਰਸ਼ਿਪ ਨਹੀਂ ਹੈਗੀ, ਉਹ ਦੇਖੋ ਸੈਂਟਰਲਾਈਜ਼ਡ ਲੀਡਰਸ਼ਿਪ ਦਾ ਜਾਂ ਮਜ਼ਬੂਤ ਸੈਂਟਰਲ ਲੀਡਰਸ਼ਿਪ ਦਾ ਇੱਕ ਆਪਣਾ ਰੋਲ ਹੁੰਦਾ, ਪਰ ਉਹ ਉਦੋਂ ਹੁੰਦਾ ਜਦੋਂ ਤੁਸੀਂ ਕੁਛ ਆਰਗੇਨਾਈਜ਼ ਕਰਨਾ ਹੁੰਦਾ ਜਾਂ ਕੁਛ ਅਚੀਵ ਕਰਕੇ ਕੁਛ ਉਹਨੂੰ ਲਾਗੂ ਕਰਨਾ ਹੁੰਦਾ ਆ। ਜਦੋਂ ਸਟਰਗਲ ਦੇ ਵਿੱਚ ਆਪਾਂ ਪਿਛਲੇ ਸਾਰੇ ਸਮੇਂ ਦੇ ਵਿੱਚ ਜਿੰਨੇ ਈਵਨ ਰੀਸੈਂਟ ਮੋਰਚੇ ਆਪਾਂ ਦੇਖ ਲਈਏ ਜਿਹੜੇ ਸਿੱਖਾਂ ਦੇ ਲੱਗੇ ਆ, ਬਰਗਾੜੀ ਮੋਰਚੇ ਤੋਂ ਲੈ ਕੇ, ਕਿ ਜਿੱਥੇ ਵੀ ਸਟਰਗਲ ਦੇ ਵਾਸਤੇ ਅਸੀਂ ਸੈਂਟਰਲ ਲੀਡਰਸ਼ਿਪ ਦੇ ਹੱਥ ਦੇ ਵਿੱਚ ਕਮਾਨ ਦਿੱਤੀ ਹੈ, ਉੱਥੇ ਸਾਨੂੰ ਬਹੁਤੀ ਜ਼ਿਆਦਾ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ, ਕਿਉਂਕਿ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਲੀਡਰਸ਼ਿਪ ਜਿਹੜੀ ਆ ਉਹ ਪਿੱਛੇ ਹਟ ਜਾਂਦੀ ਰਹੀ ਆ ਤੇ ਲੋਕ ਜਿਹੜੇ ਸੀਗੇ ਉਹ ਖੜੇ ਰਹਿ ਜਾਂਦੇ ਰਹੇ ਆ।
ਇਸ ਵਾਰ ਉਸ ਤਰ੍ਹਾਂ ਦੀ ਲੀਡਰਸ਼ਿਪ ਨਾ ਹੋਣ ਕਰਕੇ ਹੀ ਇਹ ਗੱਲ ਹੋ ਰਹੀ ਹੈ ਕਿ ਕਿਸਾਨ ਯੂਨੀਅਨਾਂ ਨਹੀਂ ਦਿੱਲੀ ਗਈਆਂ, ਲੋਕ ਕਿਸਾਨ ਯੂਨੀਅਨਾਂ ਨੂੰ ਦਿੱਲੀ ਲੈ ਕੇ ਗਏ ਆ। ਤੇ ਇਸ ਮਾਮਲੇ ਦੀ ਖੂਬਸੂਰਤੀ ਜਿਹੜੀ ਆ ਉਹ ਆਖਰੀ ਤੌਰ ਦੇ ਉੱਪਰ ਮੈਂ ਇਹੀ ਕਹਿਣੀ ਚਾਹੂੰਗਾ ਵੀ ਇਹ ਕਿਸਾਨ ਯੂਨੀਅਨਾਂ ਦੀ ਸਟਰਗਲ ਨਹੀਂ ਹੈਗੀ, ਬੇਸਿਕਲੀ ਇਹ ਲੋਕਾਂ ਦੀ ਸਟਰਗਲ ਆ, ਜਿਹਨੂੰ ਇਸ ਸਮੇਂ ਜਿਹਦੀ ਮਤਲਬ ਕਹਿ ਲਓ ਕਿ ਨੁਮਾਇੰਦਗੀ ਜਿਹੜੀ ਹੈ ਉਹ ਫਿਲਹਾਲ ਕਿਸਾਨ ਯੂਨੀਅਨਾਂ ਕਰ ਰਹੀਆਂ ਨੇ। ਤੇ ਆਖਰੀ ਤੌਰ ਦੇ ਉੱਪਰ ਗੱਲ ਇਹ ਹੈਗੀ ਹੈ ਕਿ ਕਾਫੀ ਇਹ ਗੱਲ ਪਿਛਲੇ ਸਮੇਂ ਦੇ ਵਿੱਚ ਕਹੀ ਜਾ ਰਹੀ ਸੀਗੀ, ਖਾਸ ਕਰਕੇ ਜਿਹੜਾ ਸੰਵਾਦ ਦੇ ਵੱਲੋਂ ਵੀ ਦਸਤਾਵੇਜ਼ ਆਇਆ ਸੀਗਾ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇੱਕ ਵਿਚਾਰ ਇਹ ਵੀ ਹੈਗਾ ਆ ਕਿ ਜਿੰਨੀ ਇਸ ਖਿੱਤੇ ਦੀ ਉਤਪੀੜਤ ਲੋਕਾਂ ਦੀ ਧਿਰ ਆ, ਜਿਹੜੀ ਓਪਰੈਸਡ ਸੈਕਸ਼ਨਸ ਨੇ, ਕਿ ਉਹਨਾਂ ਸਾਰਿਆਂ ਦੀ ਧਿਰ ਬਣਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਸਮਰੱਥਾ ਉਹ ਸਿੱਖਾਂ ਦੇ ਵਿੱਚ ਹੈਗੀ ਹੈ। ਤਾਂ ਬਹੁਤ ਸਾਰੇ ਬੰਦਿਆਂ ਨੂੰ ਇਹ ਗੱਲ ਲੱਗਦੀ ਸੀਗੀ ਕਿ ਸਿੱਖ ਤਾਂ ਆਪ ਹੀ ਇੰਨੇ ਜ਼ਿਆਦਾ ਮਤਲਬ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਆ, ਤੇ ਇੱਥੋਂ ਮਤਲਬ ਇਹ ਕਿਵੇਂ ਹੋ ਸਕਦਾ ਆ ਕਿ ਸਿੱਖ ਜਿਹੜੇ ਆ ਉਹ ਸਾਰਿਆਂ ਦੀ ਧਿਰ ਬਣ ਸਕਣ। ਪਰ ਦੇਖੋ ਹੁਣ ਮੇਰੇ ਖਿਆਲ ਦੇ ਵਿੱਚ ਇਸ ਮਾਮਲੇ ਦੀਆਂ ਤੁਸੀਂ ਰੀਸੈਂਟ ਵੀਡੀਓਜ਼ ਜਿਹੜੀਆਂ ਲੋਕਾਂ ਦੀਆਂ ਆਈਆਂ ਨੇ ਦੂਸਰੇ ਖਿੱਤਿਆਂ ਦੀਆਂ, ਤੁਸੀਂ ਉਹ ਦੇਖ ਲਓ ਤੇ ਕਿਸੇ ਨੂੰ ਇਸ ਗੱਲ ਦੇ ਉੱਪਰ ਸ਼ੱਕ ਨਹੀਂ ਰਹਿੰਦਾ ਕਿ ਅੱਜ ਵੀ ਉਹ ਸਮਰੱਥਾ ਹੈ ਸਾਡੇ ਕੋਲ, ਉਹ ਆਦਰਸ਼ ਵੀ ਹੈ ਔਰ ਉਹਦੇ ਮੁਤਾਬਕ ਚੱਲਣ ਦੀ ਹਿਸਟਰੀ ਵੀ ਹੈ। ਔਰ ਹੁਣ ਬਿਲਕੁਲ ਰੀਸੈਂਟ ਸਾਡੇ ਕੋਲ ਐਗਜ਼ਾਮਪਲ ਹੈਗੀ ਆ ਕਿ ਉਸ ਸਮੇਂ ਜਦੋਂ ਲੋਕ ਮੋਦੀ ਦੇ ਰਾਜ ਦੇ ਵਿੱਚ ਇੱਥੇ ਕੋਈ ਉੱਚੀ ਖੰਘਣਾ ਵੀ ਗਵਾਰਾ ਨਹੀਂ ਸੀ ਕਰਦਾ, ਤੇ ਕਿੰਨੀ ਮਤਲਬ ਦ੍ਰਿੜਤਾ ਦੇ ਨਾਲ ਨਾ ਸਿਰਫ ਬੰਦਿਆਂ ਨੇ ਫੈਸਲਾ ਕੀਤਾ ਕਿ ਦਿੱਲੀ ਜਾਣਾ ਹੀ ਜਾਣਾ, ਉਹ ਦਿੱਲੀ ਚਲੇ ਗਏ। ਔਰ ਜਿਹੜੇ ਬੰਦੇ ਬਿਲਕੁਲ ਕਿਸੇ ਵੱਲ ਦੇਖਦੇ ਨਹੀਂ ਸੀਗੇ, ਉਹ ਹੁਣ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰ ਰਹੇ ਆ। ਸੋ ਇਹ ਇਸ ਮੂਵਮੈਂਟ ਦੀਆਂ ਪ੍ਰਾਪਤੀਆਂ ਹੈਗੀਆਂ ਨੇ। ਬਾਕੀ ਇਹ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਨੇੜਿਓਂ ਦੇਖਦੇ ਹੋ ਤਾਂ ਬਹੁਤੀਆਂ ਗੱਲਾਂ ਜਿਹੜੀਆਂ ਉਹ ਨਹੀਂ ਪਕੜ ਦੇ ਵਿੱਚ ਆਉਂਦੀਆਂ। ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾਊਗਾ ਇਹਦਾ ਜਿਹੜਾ ਐਨਾਲਿਸਿਸ ਆ ਉਹ ਹੋਰ ਵੀ ਸੌਖਾ ਹੁੰਦਾ ਜਾਊਗਾ। ਇੰਨੀਆਂ ਕੁ ਬੇਨਤੀਆਂ ਨੇ। ਹਾਂਜੀ ਵੀਰ ਜੀ, ਤੁਸੀਂ ਮੈਨੂੰ ਲੱਗਦਾ ਲਗਭਗ ਸਾਰਾ ਕਵਰ ਕਰ ਹੀ ਗਏ, ਪਰ ਬਿਲਕੁਲ ਸਹੀ ਗੱਲ ਆ ਤੁਹਾਡੀ ਕਿ ਹੁਣ ਜਥੇਬੰਦੀਆਂ ਦੇ ਹੱਥ ਕੁਛ ਬੜਾ ਰਿਹਾ ਨਹੀਂ ਯੂਨੀਅਨਾਂ ਦੇ, ਕਿਉਂਕਿ ਹੁਣ ਇਹ ਲੋਕ ਸੰਘਰਸ਼ ਬਣ ਚੁੱਕੇ ਆ ਤੇ ਉਹਨਾਂ ਨੂੰ ਵੀ ਪਤਾ ਲੀਡਰਾਂ ਨੂੰ, ਜੇ ਉਹ ਉਲਟ ਜਾਣਗੇ ਤਾਂ ਸੰਗਤ ਵੱਲੋਂ ਜੋ ਵੀ ਹੋਊਗਾ ਉਹ ਉਹਨਾਂ ਨੂੰ ਦਿਖਦਾ ਹੀ ਆਲਰੇਡੀ। ਤੇ ਜੇ ਤੁਸੀਂ ਸ਼ੰਭੂ ਮੋਰਚੇ ਦੀ ਤੁਸੀਂ ਪਹਿਲਾਂ ਵੀ ਗੱਲ ਕੀਤੀ, ਜੇ ਮਾੜੀ ਜੀ ਸ਼ੰਭੂ ਮੋਰਚੇ ਦੀ ਜਿਹੜੀ ਅਹਿਮੀਅਤ ਆ ਉਹਦੇ ਬਾਰੇ ਗੱਲ ਕਰਾਂਗੇ, ਕਿਉਂਕਿ ਜਿਹੜੀ ਪੋਜੀਸ਼ਨ ਤੇ ਸ਼ੰਭੂ ਮੋਰਚਾ ਸੀਗਾ ਉਹਨੇ ਜਿੱਦਾਂ ਕਾਫੀ ਲਾਭ ਕੀਤਾ ਆ ਇਹ ਸਾਰੀ ਲਹਿਰ ਨੂੰ, ਉਹਦੇ ਬਾਰੇ ਥੋੜੇ ਜਿਹੇ ਵਿਚਾਰ ਸਾਂਝੇ ਕਰੋ। ਦੇਖੋ ਜਿਵੇਂ ਮੈਂ ਬੇਨਤੀ ਪਹਿਲਾਂ ਕੀਤੀ ਸੀਗੀ ਕਿ ਮੁੱਖ ਰੂਪ ਦੇ ਵਿੱਚ ਜੋ ਕਿਸਾਨ ਯੂਨੀਅਨਾਂ ਦਾ ਨਰੇਟਿਵ ਸੀਗਾ ਉਹ ਇਹੀ ਸੀਗਾ ਕਿ ਇੱਕ ਇਕਨੋਮਿਕ ਇਸ਼ੂ ਹੈ, ਤੇ ਉਹਨਾਂ ਦੀ ਤਕਰੀਬਨ ਸਾਰੀ ਪਿਛਲੀ ਪ੍ਰੈਕਟਿਸ ਵੀ ਇਸ ਤਰ੍ਹਾਂ ਦੀ ਰਹੀ ਹੈ। ਕਿਉਂਕਿ ਜਿਹੜੀਆਂ ਤੁਸੀਂ ਜੇ ਪਹਿਲੇ 2-3 ਦਿਨਾਂ ਦੀ ਸਟੇਜ ਦੀ ਕਾਰਵਾਈ ਦੇਖੋਗੇ ਤੇ ਉਹ ਬਹੁਤ ਜ਼ਿਆਦਾ ਦਿੱਲੀ ਜਾ ਕੇ ਵੀ ਅਨਆਰਗੇਨਾਈਜ਼ਡ ਰਹੀ। ਉਹਦਾ ਵੱਡਾ ਕਾਰਨ ਇਹ ਸੀਗਾ ਕਿ ਕਿਸਾਨ ਯੂਨੀਅਨਾਂ ਦਾ ਬੜਾ ਇੱਕ ਸਟ੍ਰਿਕਟ ਜਿਹਾ ਦਾਇਰਾ ਸੀਗਾ, ਉਹ ਹੋਰ ਕਿਸੇ ਨੂੰ ਵੀ ਥਾਂ ਨਹੀਂ ਸੀ ਦਿੰਦੇ, ਕਿਸੇ ਵੀ ਤਰ੍ਹਾਂ ਦੇ ਵੱਖਰੇ ਵਿਚਾਰ ਨੂੰ ਥਾਂ ਨਹੀਂ ਸੀ ਦਿੰਦੇ। ਸਿਰਫ ਜੇ ਇੱਕ ਯੂਨੀਅਨ ਦਾ ਧਰਨਾ ਆ ਤੇ ਉਹਨਾਂ ਨੇ ਬੋਲਣਾ ਆ, ਦੂਸਰੇ ਬੰਦਿਆਂ ਨੂੰ ਨਹੀਂ ਸੀ ਬੋਲਣ ਦਿੰਦੇ ਹੁੰਦੇ। ਤੇ ਵੱਖਰੇ ਵਿਚਾਰਾਂ ਵਾਲਿਆਂ ਨੂੰ ਤਾਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਥਾਂ ਦੇਣ ਵਾਲੀ ਜਿਹੜੀ ਆ ਉੱਥੇ ਸੰਭਾਵਨਾ ਹੀ ਨਹੀਂ ਸੀਗੀ। ਤੇ ਈਵਨ ਦਿੱਲੀ ਜਾਣ ਤੋਂ ਬਾਅਦ ਵੀ ਜਿਹੜੀ ਉੱਥੇ ਸਟੇਜ ਦੀ ਪਹਿਲੇ 2-3 ਦਿਨ ਦੀ ਜਿਹੜੀ ਕਾਰਵਾਈ ਹੋਈ ਉਹ 'ਚ ਵੱਡੀ ਦਿੱਕਤ ਹੀ ਇਹ ਆਉਂਦੀ ਸੀਗੀ, ਕਿਉਂਕਿ ਉੱਥੇ ਜਿੱਥੇ ਤੁਹਾਡਾ ਡਿਸਿਪਲਿਨਡ ਕੇਡਰ ਸੀਗਾ ਉੱਥੇ ਤਾਂ ਕਿਸੇ ਨੇ ਦੂਜੀ ਗੱਲ ਕੀਤੀ ਤੁਸੀਂ ਉਹਨੂੰ ਕੋਏ ਕਰਕੇ ਬਿਠਾ ਦਿੱਤਾ ਥੱਲੇ ਦੇ ਕੇਡਰ ਥੱਲੇ, ਉਹ ਬੋਲਦਾ ਨਹੀਂ ਸੀ ਹੁੰਦਾ। ਇੱਥੇ ਹੁਣ ਜੇਕਰ ਲੋਕਾਂ ਨੂੰ ਗੱਲ ਪਸੰਦ ਆ ਜਿਹੜੀ ਕੀਤੀ ਜਾ ਰਹੀ ਹੈ, ਤੇ ਜੇਕਰ ਉਹ ਰੋਕਦੇ ਸੀਗੇ ਤੇ ਥੱਲੇ ਲੋਕ ਜਿਹੜੇ ਆ ਉਹ ਰੌਲਾ ਪਾ ਦਿੰਦੇ ਸੀ ਵੀ ਨਹੀਂ ਤੁਸੀਂ ਇਹਨਾਂ ਨੂੰ ਬੋਲਣ ਦਿਓ ਜਾਂ ਮੌਕਾ ਦਿਓ। ਇਸ ਤਰ੍ਹਾਂ ਦੀਆਂ ਦਿੱਕਤਾਂ ਅਸੀਂ ਉੱਥੇ ਆਪਣੀ ਅੱਖੀਂ ਵੀ ਦੇਖੀਆਂ। ਸੋ ਉਸ ਮਾਹੌਲ ਦੇ ਵਿੱਚ ਸ਼ੰਭੂ ਮੋਰਚੇ ਦੀ ਜਿਹੜੀ ਪ੍ਰਾਪਤੀ ਰਹੀ ਹੈ ਜਾਂ ਇੰਪੋਰਟੈਂਸ ਰਹੀ ਹੈ ਉਹ ਇਸੇ ਗੱਲ ਦੀ ਰਹੀ ਹੈ ਕਿ ਇਹਨਾਂ ਨੇ ਇਹ ਗੱਲ ਬੜੀ ਵੱਡੀ ਪੱਧਰ ਦੇ ਉੱਪਰ ਹਾਈਲਾਈਟ ਕੀਤੀ ਕਿ ਇਹ ਨਾ ਤੇ ਜਿਹੜੀ ਗੱਲ ਆ ਇਹ ਸਿਰਫ ਆਰਥਿਕਤਾ ਤੱਕ ਸੀਮਤ ਹੈ, ਵੀ ਇਹ ਅਸਲ ਦੇ ਵਿੱਚ ਜਿਹੜੀ ਗੱਲ ਆ ਉਹ ਸੱਭਿਆਚਾਰਕ ਜਾਂ ਪੋਲੀਟੀਕਲ ਹੈ, ਜਿਹਦੇ ਕਿ ਇਕਨੋਮਿਕ
ਫਾਲ ਆਊਟਸ ਨੇ, ਔਰ ਉਹ ਵੀ ਸ਼ਾਇਦ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਕਹਿ ਰਹੀਆਂ ਸੀਗੀਆਂ ਕਿ ਉਹ ਵੀ ਸ਼ਾਇਦ ਮਤਲਬ ਆਉਂਦੇ ਸਮੇਂ ਦੇ ਵਿੱਚ ਜਾ ਕੇ ਜਿਹੜੇ ਆ ਉਹ ਪ੍ਰਗਟ ਹੋਣੇ ਆ, ਕਿ ਜਦੋਂ ਤੁਸੀਂ ਕਹਿੰਦੇ ਆ ਕਿ ਸਾਨੂੰ MSP ਮਿਲਣੋਂ ਬੰਦ ਹੋ ਜਾਣੀ ਹੈ ਜਾਂ ਸਾਡੀ ਖਰੀਦ ਇਨਸ਼ੋਰਡ ਨਹੀਂ ਰਹਿਣੀ। ਹਾਲਾਂਕਿ ਕਿਸਾਨ ਯੂਨੀਅਨਾਂ ਵੀ ਇਹ ਗੱਲ ਕਹਿੰਦੀਆਂ ਸੀਗੀਆਂ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਪ੍ਰੋਕਿਉਰਮੈਂਟ ਵੀ ਕਰਨੀ ਹੈ, ਹੋ ਸਕਦਾ ਸਾਨੂੰ ਰੇਟ ਵੀ ਵੱਧ ਦੇਣ, ਤੇ ਪਰ ਇਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਹਾਈਲਾਈਟ ਕੀਤਾ ਕਿ ਬੇਸਿਕਲੀ ਜਿਹੜਾ ਪਾਵਰ ਦਾ ਬੈਲੈਂਸ ਵਿਗੜਿਆ ਹੋਇਆ ਆ। ਬੁਨਿਆਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਜਿੰਨੀ ਦੇਰ ਤੱਕ ਜਾਂ ਇਹਨਾਂ ਖਿੱਤਿਆਂ ਦੇ ਲੋਕ ਉਹਨਾਂ ਦੇ ਬਿਹਾਫ ਦੇ ਉੱਪਰ ਕੋਈ ਹੋਰ ਫੈਸਲਾ ਲੈ ਰਿਹਾ, ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਨਹੀਂ ਗੀ, ਅਗਲਾ ਕਹਿ ਰਿਹਾ ਜੀ ਦੇਖੋ ਅਸੀਂ ਤੁਹਾਡੇ ਵਾਸਤੇ ਇਹ ਚੀਜ਼ ਬਣਾਈ ਹੈ, ਤਾਂ ਉੱਥੇ ਇਹ ਗੱਲ ਮਹੱਤਵਪੂਰਨ ਹੋਈ ਕਿ ਸਾਨੂੰ ਫੈਸਲੇ ਲੈਣ ਦਾ ਹੱਕ ਜਿਹੜਾ ਆ ਉਹ ਆਪਣੇ ਕੋਲ ਹੋਣਾ ਚਾਹੀਦਾ। ਔਰ ਦੂਸਰੀ ਗੱਲ ਇਹ ਕਿ ਇਹ ਸਿਰਫ ਆਰਥਿਕਤਾ ਦਾ ਮਸਲਾ ਨਹੀਂ, ਇਹ ਸਾਡੀ ਐਗਜ਼ਿਸਟੈਂਸ ਦਾ ਮਸਲਾ। ਉਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਆ ਉਹ ਉੱਥੋਂ ਉਭਾਰੀਆਂ ਜਾਂਦੀਆਂ ਰਹੀਆਂ। ਇੱਕ ਨਵੀਂ ਤਰ੍ਹਾਂ ਦਾ ਕਲਚਰ ਵੀ ਉਭਾਰਿਆ ਜਾਂਦਾ ਰਿਹਾ ਕਿ ਬਿਨਾਂ ਕਿਸੇ ਨੂੰ ਇਹ ਪੁੱਛਿਆ, ਕਿਉਂਕਿ ਜਿੰਨਾ ਕੁ ਅਸੀਂ ਓਬਜ਼ਰਵ ਕੀਤਾ ਆ ਕਿ ਬਿਨਾਂ ਕਿਸੇ ਨੂੰ ਇਹ ਪੁੱਛਿਆ ਕਿ ਤੁਹਾਡੀ ਪੋਲੀਟੀਕਲ ਆਈਡੀਓਲੋਜੀ ਕੀ ਹੈ, ਤੁਸੀਂ ਕਿਸ ਗੱਲ ਦੇ ਉੱਪਰ ਗੱਲ ਕਰਨੀ ਆ, ਤੁਹਾਡਾ ਕਿਹੜੀ ਪਾਰਟੀ ਦੇ ਨਾਲ ਸੰਬੰਧ ਆ, ਉੱਥੋਂ ਲਗਭਗ ਹਰ ਕਿਸੇ ਨੂੰ ਮੌਕਾ ਦਿੱਤਾ ਜਾਂਦਾ ਰਿਹਾ ਆਪ ਦੇ ਵਿਚਾਰ ਰੱਖਣ ਦਾ। ਸੋ ਇਹ ਵੀ ਇੱਕ ਨਵੀਂ ਤਰ੍ਹਾਂ ਦੀ ਗੱਲ ਸੀਗੀ। ਇਸ ਤਰ੍ਹਾਂ ਦਾ ਕਲਚਰ ਬਹੁਤਾ ਜ਼ਿਆਦਾ ਬਾਕੀ ਸਾਰੇ ਸੰਘਰਸ਼ ਕਰ ਰਹੀਆਂ ਜਿੰਨੀਆਂ ਵੀ ਧਿਰਾਂ ਸੀ ਉਹਨਾਂ ਦੇ ਵਿੱਚੋਂ ਬਿਲਕੁਲ ਕੰਟਰਾਸਟ ਦੇ ਵਿੱਚ ਇਹ ਗੱਲ ਜਾ ਕੇ ਖੜੀ ਸੀਗੀ। ਪਰ ਉਹ ਗੱਲ ਜਿਹੜੀ ਹੈ ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਉਹ ਵੀ ਗੱਲ ਇਸ ਸੰਘਰਸ਼ ਵਾਂਗੂ ਹੀ ਸੀਗੀ ਕਿ ਬੇਸਿਕਲੀ ਜੋ ਲੋਕਾਂ ਦੀ ਭਾਵਨਾ ਸੀਗੀ ਉਹਨੂੰ ਸ਼ਬਦ ਜਿਹੜੇ ਆ ਉਹ ਮਿਲਦੇ ਰਹੇ ਸ਼ੰਭੂ ਮੋਰਚੇ ਦੇ ਰਾਹੀਂ। ਇਹੀ ਕਾਰਨ ਸੀਗਾ ਕਿ ਉਹਦੀ ਜਿਹੜੀ ਰਸਾਈ ਹੈ ਉਹ ਵੱਧ ਹੁੰਦੀ ਰਹੀ। ਇੰਨੀ ਜ਼ਿਆਦਾ ਉਹਦੀ ਰਸਾਈ ਹੋਈ ਕਿ ਜਿਹੜੇ ਬੰਦੇ ਬਿਲਕੁਲ ਹੀ ਇਕਨੋਮਿਕ ਮੁੱਦੇ ਤੋਂ ਇਲਾਵਾ ਦੂਸਰੀ ਗੱਲ ਹੀ ਨਹੀਂ ਸੀ ਕਰਦੇ ਹੁੰਦੇ, ਉਹ ਵੀ ਇਸ ਗੱਲ ਦੇ ਉੱਪਰ ਆਏ। ਤੇ ਇੱਕ ਜਿਹੜੀ ਇੰਪੋਰਟੈਂਸ ਆ ਉਹ ਇਸ ਗੱਲ ਦੀ ਰਹੀ ਕਿ ਜਿੱਥੇ ਪੋਲੀਟੀਕਲ ਆਸਪੈਕਟ ਨੂੰ ਜਾਂ ਕਲਚਰਲ ਆਸਪੈਕਟ ਨੂੰ ਸਾਰੇ ਨੂੰ ਉਭਾਰਿਆ ਜਾਂ ਉਹਨੂੰ ਐਨਾਲਾਈਜ਼ ਕੀਤਾ ਜਾਂਦਾ ਰਿਹਾ, ਇੱਕ ਜਿਹੜੀ ਸਾਡੀ ਵਿਰਾਸਤ ਸੀਗੀ ਪੰਜਾਬ ਦੀ ਔਰ ਖਾਸ ਕਰਕੇ ਸਿੱਖੀ ਦੀ, ਉਹਨੂੰ ਨਾਲ ਇੱਕ ਪੈਰਲਰ ਰੱਖਿਆ ਗਿਆ ਔਰ ਉਸੇ ਦੇ ਵਿੱਚ ਹੀ ਕਰਕੇ ਦੱਸਿਆ ਜਾਂਦਾ ਰਿਹਾ। ਉਹਨੂੰ ਗੁਰੂ ਨਾਨਕ ਸਾਹਿਬ ਦੇ ਬਿੰਬ ਦੇ ਨਾਲ ਜੋੜਨ ਦੀ ਗੱਲ ਹੋਵੇ ਜਾਂ ਜਦੋਂ ਦਿੱਲੀ ਦੀ ਬਾਇਨਰੀ ਦੀ ਗੱਲ ਆਉਂਦੀ ਸੀਗੀ ਵੀ ਉਸ ਸਮੇਂ ਉਹਨੂੰ ਸਾਡੀ ਜਿਹੜੀ 18ਵੀਂ ਸਦੀ ਦਾ ਇਤਿਹਾਸ ਆ ਜਾਂ ਖਾਲਸਾ ਰਾਜ ਦਾ ਇਤਿਹਾਸ ਆ ਉਹਦੇ ਨਾਲ ਜੋੜਨ ਦੀ ਗੱਲ ਹੋਵੇ, ਜਾਂ ਜੇ ਇੱਕ ਇਕੋਨਮੀ ਦੀ ਵੀ ਗੱਲ ਆਉਂਦੀ ਸੀਗੀ ਤਾਂ ਉਹ ਵਾਰ-ਵਾਰ ਗੱਲ ਕੀਤੀ ਜਾਂਦੀ ਰਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਤੱਕ ਸਾਡੀ ਜਿਹੜੀ ਇਕੋਨਮੀ ਆ ਉਹ ਇੱਕ ਇੰਡੀਪੈਂਡੈਂਟ ਜਾਂ ਆਟੋਨਮਸ ਇਕੋਨਮੀ ਸੀਗੀ, ਤੇ ਉਹ ਰਾਜ ਖੁੱਸਣ ਤੋਂ ਬਾਅਦ ਹੀ ਸਾਡੀ ਜਿਹੜੀ ਇਕੋਨਮੀ ਆ ਉਹ ਵੀ ਮਤਲਬ ਕਲੋਨੀਅਲ ਪਾਵਰ ਦੇ ਅਨੁਸਾਰ ਹੀ ਚੱਲਦੀ ਆ ਰਹੀ ਹੈ। ਸੋ ਇਹ ਸਾਰੀਆਂ ਬੜੀਆਂ ਮਹੱਤਵਪੂਰਨ ਗੱਲਾਂ ਸੀਗੀਆਂ ਔਰ ਇਹਨਾਂ ਨੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਗੱਲਾਂ ਦੀ ਰਸਾਈ ਹੋਈ ਹੈ। ਹਾਂਜੀ ਹਾਂਜੀ ਵੀਰ ਜੀ, ਨਹੀਂ ਸਹੀ ਗੱਲ ਹੈ ਤੁਹਾਡੀ। ਸ਼ੰਭੂ ਮੋਰਚੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਭਾਵੇਂ ਉਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਫਲਸਫੇ ਨਾਲ ਜੋੜ ਕੇ ਕੀਤਾ ਗਿਆ, ਤੇ ਜਿਵੇਂ ਤੁਸੀਂ ਦੱਸਿਆ ਇੱਕ ਪੰਜਾਬ ਦਾ ਐਗਰੀਕਲਚਰ ਮਾਡਲ, ਉਹ ਉੱਥੇ ਉਹਦੇ ਬਾਰੇ ਗੱਲ ਕੀਤੀ ਗਈ ਕਿ ਉਹ ਸਿਰਜਣਾ ਚਾਹੀਦਾ, ਤੇ ਉਹਦੇ ਨਾਲ ਸਹੀ ਗੱਲ ਆ ਕਾਫੀ ਲਾਭ ਹੋਇਆ। ਤੇ ਉਹ ਜਿਹੜਾ 2 ਮਹੀਨਿਆਂ ਦਾ ਬਿਲਡ ਅਪ ਸੀਗਾ ਸਾਰਾ, ਉਹਦੇ ਹੀ ਨਤੀਜੇ ਆ ਕਿ ਇਹ ਹੁਣ ਲੋਕ ਸੰਘਰਸ਼ ਬਣ ਚੁੱਕਿਆ। ਤੇ ਬਾਕੀ ਅੱਗੇ ਸ਼ਮਸ਼ੇਰ ਵੀਰ ਗੱਲ ਕਰਨਗੇ। ਬਹੁਤ ਧੰਨਵਾਦ ਤੁਹਾਡਾ ਭੈਣ ਜੀ ਦਾ, ਵੀਰ ਜੀ। Our next panelist is Maninder Singh. Maninder Singh is a Naujawan Panthik activist for 2 decades has been involved in Sikhi Prachar internationally, focusing on Padshahi and Raj, and has been involved with many Sikh organizations and is currently the Mukh Sevadar of Gurdwara Sahib Dashmesh Darbar in Surrey, BC, and he's also the spokesperson for the BC Gurdwara Council. From 2018, when they challenged the public report on the terrorism threat to Canada, in which the Sikh community was mentioned, to the current Punjab Kisan movement's need to recognize Sikhi as the inspiration and guiding force in order for it to be successful, Maninder Singh has remained an active participant and voice on the front lines of issues impacting Sikhs in the diaspora. Maninder Singh also graduated from the Lang School of Business at the University of Guelph with a master's in arts and leadership studies. And Virji, if you could speak about
the significance of the Morcha for the Panth in diaspora or exile, and what it means, and the feelings that we have of the Dilli Chalo March and the current blockades, what that's evoked within the diaspora. ਹਾਂਜੀ, ਜਿੱਦਾਂ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਹੈ, ਜਿਹੜੀ ਇਹ ਸਾਰੀ ਫਿਲਾਸਫੀ ਹੈ, ਜਿਹੜੀ ਆਪਾਂ ਜਿੱਤਨ ਲੈ ਕੇ ਤੁਰੇ ਆ ਇਸ ਮੋਰਚੇ ਦੇ ਵਿੱਚ, ਪਿਛਲੇ ਮੋਰਚਿਆਂ ਦੇ ਵਿੱਚ ਵੀ, ਉਹ ਜਦੋਂ ਮਹਾਰਾਜ ਦੇ ਵੀ ਸਾਨੂੰ ਇੱਕ ਦੇਣ ਆ, ਜਿੱਥੇ ਸਾਡੇ ਖਾਲਸੇ ਦੇ ਬੋਲ ਬਾਲੇ ਆ, ਬੋਲ ਬਾਲਿਆਂ ਦੇ ਵਿੱਚ ਵੀ ਸਾਨੂੰ ਜਿੱਦਾਂ ਪਹਿਲਾਂ ਦੇਖਣਾ ਪੈਣਾ ਹੈ ਕਿ ਸਾਡੀ ਨਜ਼ਰੀਆ ਕੀ ਹੈ, ਦੁਨੀਆ ਦਾ ਨਜ਼ਰੀਆ ਕੀ ਹੈ, ਤੇ ਉਹਨਾਂ ਦਾ ਜਿਹੜਾ ਕਲੈਸ਼ ਆ ਉਹ ਇਵੈਂਚੁਅਲੀ ਕਿੱਥੇ ਹੁੰਦਾ ਹੈ। ਆਫਟਨ ਜਿਹੜਾ ਉਹ ਜਿਹੜਾ ਕਲੈਸ਼ ਆ ਉਹ ਡਿਕਟੇਟ ਕਰਦਾ ਹੈ ਕਿ ਸਾਡੀ ਰਿਸਪੌਂਸ ਕੀ ਹੁੰਦੀ ਹੈ। ਕਦੀ ਕਦੀ ਉਹ ਜਿਹੜਾ ਰਿਸਪੌਂਸ ਆ ਉਹ ਅਣਖ ਨਾਲ ਹੁੰਦਾ ਹੈ, ਕਦੀ ਕਦੀ ਉਹ ਭੈ ਜਾਂ ਭਾਵ ਦੇ ਵਿੱਚੋਂ ਵਿਦ ਡਾਊਟ ਔਰ ਫੀਅਰ ਉਹ ਉਹਨੂੰ ਜ਼ਿਆਦਾ ਜ਼ੋਰ ਪਾ ਕੇ ਇੱਕ ਹੋਰ ਤਰੀਕੇ ਨਾਲ ਕਿਸੇ ਹੋਰ ਪਾਸੇ ਨੂੰ ਲੈ ਜਾਂਦਾ ਹੈ। ਸੋ ਜੇ ਅਸੀਂ ਆਪਣੇ ਵੱਲੋਂ ਦੇਖਣਾ ਹੋਵੇ, ਸਪੈਸ਼ਲੀ ਇਨ ਦ ਡਾਇਸਪੋਰਾ ਜਿੱਥੇ ਅਸੀਂ ਬੈਠੇ ਹਾਂ, ਸਾਨੂੰ ਇੱਕ ਕੁਝ ਲਾਈਨਾਂ ਆ ਜਿਹੜੀਆਂ ਲਾਈਕ ਐਜ਼ ਪੰਥ ਪ੍ਰਕਾਸ਼ ਤੋਂ ਵੀ ਆਉਂਦੀਆਂ ਆ, ਜਿਮ ਅੰਧੇਰ ਕਰ ਦੀਪ ਹੋਏ, ਮੱਧ ਸੂਰਜ ਚੜੇ ਆਕਾਸ਼, ਤਿਸ ਦੀ ਬਾਣੀ ਨਾਨਕ ਹੈ, ਸੁਣ ਜਗ ਹੋਤ ਪ੍ਰਕਾਸ਼। ਉਹਦੇ ਵਿੱਚ ਸਾਨੂੰ ਇਹ ਦੱਸਿਆ ਕਿ ਜਿੱਦਾਂ ਇੱਕ ਦੀਵਾ ਜਿਹੜਾ ਹੈ ਇੱਕ ਹਨੇਰੇ ਘਰ ਦੇ ਵਿੱਚ ਅੰਧੇਰ ਹੋਇਆ ਹੈ ਉਹਨੂੰ ਜਗਾਉਂਦਾ ਆ, ਜਾਂ ਜਿਹੜਾ ਸੂਰਜ ਹੈ ਉਹ ਆਕਾਸ਼ ਦੇ ਵਿੱਚ ਲੋ ਲਿਆਉਂਦਾ ਹੈ, ਦੀਪਕ ਲਾਉਂਦਾ ਹੈ। ਉਸੇ ਤਰ੍ਹਾਂ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਵਿੱਚ ਜਿਹੜੀ ਦੁਨੀਆ ਆ ਉਹਦੇ ਵਿੱਚ ਵੀ ਇੱਕ ਜਾਗਰੂਕਤਾ, ਇੱਕ ਲੋ, ਇੱਕ ਦੀਪਕ ਜਿਹੜਾ ਉਹ ਜਾਗਣਾ ਚਾਹੀਦਾ ਹੈ। ਸੋ ਜੇ ਅਸੀਂ ਉਹਨੂੰ ਨਹੀਂ ਲੈ ਕੇ ਤੁਰਦੇ, ਐਵਰੀਥਿੰਗ ਐਲਸ ਜਿਹੜਾ ਉਹ ਇੱਕ ਅਧੂਰਾ ਜਿਹਾ ਰਹਿ ਜਾਂਦਾ ਆ। ਜਿੰਨੇ ਵੀ ਇਹ ਸੰਘਰਸ਼ ਆ ਉਹਦੇ ਵਿੱਚ ਅਸੀਂ ਸੀਮਤ ਹੋ ਜਾਂਦੇ ਹਾਂ ਕਿ ਜਿਹੜਾ ਇਮੀਡੀਏਟ ਇਸ਼ੂ ਆ। ਤੇ ਡਾਇਸਪੋਰਾ ਦੀ ਗੱਲ ਕਰੀਏ ਤੇ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿੰਨੇ ਵੀ ਇੱਥੇ ਨੌਜਵਾਨ ਜੁੜੇ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲਾਂ ਦਾ ਪਤਾ ਹੈ ਕਿ ਅਸੀਂ ਕਿੰਨੇ ਮੋਰਚੇ ਪਾਰਟਿਸਿਪੇਟ ਕੀਤਾ ਹੈ। ਸਾਰੇ ਪੰਜਾਬ ਦੇ ਮੋਰਚੇ ਆ, ਬਾਹਰਲੇ ਜਿਹੜੇ ਮੋਰਚੇ ਆ ਲਾਈਕ ਲੋਕਲ ਲੈਵਲਸ ਤੇ ਯੂਜੂਅਲੀ ਕੋਈ ਸਿਵਲ ਡਿਸਓਬੀਡੀਐਂਸ ਦਾ ਹੁੰਦਾ ਹੈ, ਕੋਈ ਲੋਕਲ ਪੋਲੀਟੀਕਲ ਮਸਲਾ ਹੁੰਦਾ ਹੈ। ਜੇ ਅਸੀਂ ਪੰਜਾਬ ਦੇ ਵਿੱਚ ਦੇਖੀਏ ਕਿ ਅਸੀਂ ਜਦੋਂ ਭਾਈ ਰਾਜਵਾਨੇ ਦੀ ਫਾਂਸੀ ਦੀ ਗੱਲ ਆਈ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਗੱਲ ਆਈ, ਸਰਬੱਤ ਖਾਲਸਾ ਹੋਇਆ, ਇੱਕ ਉਤਸ਼ਾਹ ਜਿਹਾ ਲੋਕਾਂ ਦੇ ਮਨਾਂ ਦੇ ਵਿੱਚ ਆਉਂਦਾ ਸੀਗਾ ਕਿ ਇੱਕ ਦੇਅਰਜ਼ ਅ ਹੋਪ ਕਿ ਕੁਝ ਹੋਊਗਾ। ਤੇ ਉਹ ਜਿਹੜੀ ਹੋਪ ਆ ਉਹ ਉੱਥੇ ਉਹਨੇ ਕਿ ਦਾਇਰੇ ਤੱਕ ਸੀਮਿਤ ਰਹਿ ਜਾਂਦੀ ਸੀਗੀ ਕਿ ਫਾਂਸੀ ਨਾ ਲੱਗੇ, ਜਾਂ ਸਰਬੱਤ ਖਾਲਸੇ ਦੇ ਵਿੱਚ ਉਹ ਭਾਈ ਹਵਾਰੇ ਨੂੰ ਜਥੇਦਾਰ ਥਾਪਿਆ ਗਿਆ, ਹੁਣ ਕੁਝ ਹੋਊਗਾ। ਤੇ ਉਹ ਇੱਕ ਬਾਅਦ ਦੇ ਵਿੱਚ ਜਦੋਂ ਉਹ ਜਿਹੜੀ ਹੋਪ ਆ ਉਹ ਏਦਾਂ ਇੱਕ ਚੜਾਈ ਉਹ ਇੱਕਦਮ ਹੀ ਥੱਲੇ ਨੂੰ ਡਿੱਗਣਾ, ਉਹ ਇੱਕ ਮਾਯੂਸੀ ਪੈਦਾ ਕਰ ਦਿੰਦੀ ਸੀਗੀ ਨੌਜਵਾਨਾਂ ਦੇ ਵਿੱਚ। ਐਂਡ ਆਈ ਥਿੰਕ ਵੀ ਆਲ ਐਕਸਪੀਰੀਅੰਸ ਦਿਸ ਓਵਰ ਐਂਡ ਓਵਰ, ਇਟਸ ਲਾਈਕ ਅ ਰੋਲਰ ਕੋਸਟਰ ਰਾਈਡ, ਕਿ ਕਦੀ ਉੱਤੇ ਨੂੰ ਕਦੀ ਥੱਲੇ ਨੂੰ, ਉੱਤੇ ਨੂੰ ਥੱਲੇ ਨੂੰ। ਤੇ ਉਹਦਾ ਵੀ ਇੱਕ ਕਾਰਨ ਸਾਨੂੰ ਦੇਖਣਾ ਪੈਣਾ ਹੈ ਕਿ ਇੱਕ ਜਿਹੜੀ ਆਸ ਆ ਉਹ ਆਸ ਜਿਹੜੀ ਆ ਉਹ ਬੁਲੰਦ ਨਹੀਂ ਹੋ ਰਹੀ ਸਹੀ ਤਰੀਕੇ ਦੇ ਨਾਲ ਬਾਹਰਲੇ ਨੌਜਵਾਨਾਂ ਵੱਲੋਂ ਵੀ, ਸਪੈਸ਼ਲੀ ਵੈਸੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਭਾਈ ਪਰਮਜੀਤ ਸਿੰਘ ਜਿਹੜੇ ਉਹ ਜ਼ਿਆਦਾ ਦੱਸ ਸਕਦੇ ਆ। ਪਰ ਆਪਾਂ ਜੇ ਬਾਹਰ ਦੀ ਗੱਲ ਕਰੀਏ ਉਹ ਜਿਹੜੇ ਉਹ ਬੁਲੰਦ ਤਾਂ ਨਹੀਂ ਹੋ ਰਹੇ ਕਿ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਲ ਆ ਉਹ ਕਹਿਣ ਤੋਂ ਰੁਕ ਜਾਂਦੇ ਆ ਕਿ ਰਾਜ ਭਾਗ ਦੀ ਗੱਲ ਆ, ਆਜ਼ਾਦੀ ਦੀ ਗੱਲ ਆ, ਖਾਲਸੇ ਰਾਜ ਦੀ ਗੱਲ ਆ। ਉਹ ਕਹਿਣੀ ਇਹ ਮੋਰਚਿਆਂ ਦੇ ਵਿੱਚ ਅਸੀਂ ਆਪ ਆਪਣੇ ਆਪ ਨੂੰ ਸੈਂਸਰ ਕਰਨਾ ਪੈਂਦੇ ਆ ਕਿ ਨਹੀਂ ਗੱਲ ਜਿਹੜੀ ਆ ਫਾਂਸੀ ਦੀ ਕਰੋ ਕਿ ਉਹ ਰੋਕਣੀ ਆ, ਨਹੀਂ ਗੱਲ ਜਿਹੜੀ ਆ ਸਿਰਫ ਸਰਬੱਤ ਖਾਲਸੇ ਦੀ ਕਰੋ ਕਿ ਉੱਥੇ ਕੀ ਹੋਣਾ, ਨਹੀਂ ਗੱਲ ਕਰੋ ਕਿਸਾਨ ਮੂਵਮੈਂਟ ਦੀ, ਇਹ ਬਿੱਲਾਂ ਦੀ, ਕਿ ਹੋਰ ਕੋਈ ਗੱਲ ਜਿਹੜੀ ਆ ਪੰਜਾਬ ਦੀ ਹੋਣ ਦੀ ਗੱਲ ਆ, ਖਾਲਸੇ ਦੀ ਰਾਜ ਦੀ ਗੱਲ ਆ। ਭਾਵੇਂ ਉਹ ਸ਼ਬਦ ਜਿਹੜਾ ਆ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਜਿਹੜਾ ਵਰਤਿਆ ਜਾਂਦਾ ਹੈ ਉਹ ਕੋਈ ਵੀ ਗੱਲ ਜਿਹੜੀ ਆ ਅਸੀਂ ਨਹੀਂ ਕਰਨੀ। ਅਸੀਂ ਸਿਰਫ ਸੀਮਤ ਰਹਿਣਾ ਹੈ ਕਿ ਜਿਹੜਾ ਇਸ਼ੂ ਆ ਉਹ ਇੰਨੇ ਛੋਟੇ ਦਾਇਰੇ ਦੇ ਵਿੱਚ ਕੰਮ ਕਰਨਾ, ਉਹਦੇ ਵਿੱਚ ਫਿਰ ਆਟੋਮੈਟਿਕਲੀ ਜਦੋਂ ਉਹ ਇਸ਼ੂ ਮੁੱਕਣਾ ਆ ਤੁਸੀਂ ਮੁੜ ਕੇ ਉੱਥੇ ਸਟੇਟਸ ਕੋ ਦੇ ਵਿੱਚ ਖੜੇ ਹੋ ਜਾਂਦੇ ਆ। ਤੇ ਇਹ ਜਿਹੜੇ ਮੋਰਚੇ ਆ ਉਹ ਇੱਕ ਸਾਈਲੋ ਵਾਂਗ ਰਹਿ ਜਾਂਦੇ ਆ ਕਿ ਇੱਕ ਇਸ਼ੂ ਦੇ ਨਾਲ ਅਸੀਂ ਲੜ ਕੇ ਮਰ ਕੇ ਅਸੀਂ, ਭਾਵੇਂ ਉਹ ਸਰੀਰਕ ਤੌਰ ਤੇ ਆ ਭਾਵੇਂ ਉਹ ਮਾਨਸਿਕ ਤੌਰ ਤੇ ਆ, ਸਾਈਕੋਲੋਜੀਕਲੀ ਵੀ ਬਹੁਤ ਵੱਡਾ ਇਫੈਕਟ ਪੈਂਦਾ ਹੈ ਕਰਕੇ ਮੁੜ ਕੇ ਅਸੀਂ ਆਪਣੀ ਹਾਰ ਮੰਨੀ ਜਾਂਦੇ ਆ ਕਿ ਹਰੇਕ ਮੋਰਚੇ ਦੇ ਵਿੱਚ ਸਾਡੀ ਕੋਈ ਹਾਰ ਹੋ ਰਹੀ ਹੈ। ਤੇ ਜਿਹੜੀ ਫਤਿਹ ਦੀ ਗੱਲ ਆ ਉਹ ਤਾਂ ਚਲੋ ਲਾਈਕ ਇੱਕ ਹੋਰ ਤਰੀਕਾ ਹੈ, ਸਾਡਾ ਨਜ਼ਰੀਆ ਅਸੀਂ ਇਹਨੂੰ ਕਿੱਦਾਂ ਦੇਖਦੇ ਹਾਂ। ਪਰ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਕਿ ਕੱਲ ਵੀ ਮੈਨੂੰ ਇੱਕ ਇਸ ਕਾਲ ਤੋਂ ਪਹਿਲਾਂ ਕਈ ਨੌਜਵਾਨਾਂ ਦੇ ਮੈਸੇਜ ਆਏ ਕਿ ਕੁਐਸਚਨਸ ਦੇ ਤੇ ਸਵਾਲ ਜਿਹੜੇ ਆ, ਤੇ ਉਹਦੇ ਵਿੱਚ ਇੱਕ ਨੇ ਪਾਰਟਿਕੂਲਰਲੀ ਇਹ ਗੱਲ ਸੋਸ਼ਲ ਮੀਡੀਆ ਤੇ ਕੀਤੀ ਸੀ ਕਿ ਜੇ 3 ਬਿੱਲ ਵੀ ਜਿਹੜੇ ਆ ਮੁੜ ਕੇ ਲਏ ਜਾਂਦੇ ਆ, ਇਹ ਨਾਲੇ ਡਾਇਸਪੋਰਾ ਦੀ ਗੱਲ ਹੈ ਕਿ ਅਸੀਂ ਇਹਨੂੰ ਕਿੱਦਾਂ ਦੇਖਦੇ ਹਾਂ ਕਿ ਜੇ ਬਿੱਲ ਮੁੜ ਕੇ ਵੀ ਲਏ ਜਾਂਦੇ ਕਿ ਜਿਹੜੀ ਖੁਦਕੁਸ਼ੀਆਂ ਹੋ ਰਹੀਆਂ ਆ ਕਿਸਾਨਾਂ ਵੱਲੋਂ ਉਹ ਰੁਕ ਜਾਣਗੀਆਂ, ਕਿ ਜਿਹੜੇ ਕਿਸਾਨ ਸੀਗੇ 6 ਮਹੀਨੇ ਅਸੀਂ ਪਿੱਛੇ ਨੂੰ ਚੱਲ ਜਾਈਏ ਜਦੋਂ ਇਹ ਬਿੱਲ ਹੈ ਨਹੀਂ ਸੀਗੇ, ਕਿ ਉਹਨਾਂ ਦੇ ਹਾਲਾਤ ਕੋਈ ਬਾਹਲੇ ਚੰਗੇ ਸੀਗੇ ਜੇ ਅਸੀਂ ਮੁੜ ਕੇ ਉੱਥੇ ਚਲੇ ਜਾਂਦੇ ਹਾਂ।
ਪੰਜਾਬ ਦੀ ਜਿਹੜੀ ਖੁਸ਼ਹਾਲੀ ਆ ਉਹ ਆਟੋਮੈਟਿਕਲੀ ਹੋ ਜੂਗੀ ਇਹ ਬਿੱਲਾਂ ਨੂੰ ਮੁੜ ਕੇ ਲਿਆ ਕੇ। ਤੇ ਇਹ ਕਈ ਸਵਾਲ ਉਹਨੇ ਪੁੱਛੇ ਆ ਜਿਹੜੇ ਮੈਂ ਸਕਰੀਨ ਤੇ ਲਾਈਵ ਪੜ੍ਹ ਰਿਹਾ ਆ ਕਿ ਜਿਹੜੀ ਅਪਰੈਸ਼ਨ ਤੇ ਸਪਰੈਸ਼ਨ ਸਿੱਖਾਂ ਦੀ ਆ ਉਹ ਮੁੱਕ ਜੂਗੀ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਨੇ ਉਹ ਨਸਲਕੁਸ਼ੀ ਕੀਤੀ, ਉਹਨਾਂ ਨੂੰ ਸਜ਼ਾ ਮਿਲ ਜਾਣਗੀਆਂ। ਤੇ ਜੇ ਇਹ ਸਾਰਾ ਕੁਛ ਵੀ ਅਸੀਂ ਛੱਡ ਦਈਏ ਤੇ ਮੋਦੀ ਵਰਗੇ ਨੂੰ ਜੇ ਮੁੜ ਕੇ ਵੋਟਾਂ ਪਵਾ ਕੇ ਇਸ ਦੇਸ਼ ਨੇ, ਸਾਰੇ ਦੇਸ਼ ਨੇ ਫੇਰ ਚੋਣਾਂ ਆ ਤੇ ਇਹਦੀ ਸਿਰਫ ਇੱਕੋ ਹੀ ਰਿਪਲੇਸਮੈਂਟ ਆ ਤੇ ਉਹ ਕਾਂਗਰਸ ਵਰਗੇ ਆ। ਤੇ ਅਸੀਂ ਕੀ ਚਾਹੁੰਦੇ ਆ ਇਸ ਸਾਰੀ ਲੜਾਈ ਦੇ ਵਿੱਚੋਂ? ਤੇ ਉਹ ਜਿਹੜੇ ਕੁਐਸਚਨ, ਜਿਹੜੇ ਸਵਾਲ ਆ, ਉਹ ਐਕਚੁਅਲੀ ਸਾਡੇ ਲਈ ਇੱਕ ਬੜੇ ਅਹਿਮ ਸਵਾਲ ਆ ਬਾਹਰ ਬੈਠਿਆਂ ਲਈ ਵੀ, ਤੇ ਸਪੈਸ਼ਲੀ ਪੰਜਾਬ ਦੇ ਵਿੱਚ। ਤਾਂ ਭਾਈ ਪਰਮਜੀਤ ਸਿੰਘ ਨੇ ਵੱਡੀ ਦੱਸਿਆ ਕਿ ਜਿਹੜੀ ਕਈ ਪੰਜਾਬ ਦੀਆਂ ਗੱਲਾਂ ਆ, ਬਾਹਰ ਬੈਠਿਆਂ ਨੂੰ ਲੱਗੇ ਆ ਕਿ ਤੁਹਾਨੂੰ ਕਿਉਂ ਚੁੱਪ ਰਹਿਣਾ ਪੈਣਾ ਹੈ ਕਈ ਮਸਲਿਆਂ ਤੇ। I'm speaking specifically to the diaspora here, ਕਿ ਅਸੀਂ ਕਿਹੜੇ ਕਾਰਨ ਨੇ ਕਿ ਅਸੀਂ ਚੁੱਪ ਆ। ਜਿਹੜੀ ਸਾਡੀ ਹੋਂਦ ਦੀ ਗੱਲ ਆ, ਅਸੀਂ ਆਪਣੇ ਆਪ ਨੂੰ ਇੰਨੇ ਵੱਡੇ ਲੈਵਲ ਤੇ, ਸਪੈਸ਼ਲੀ ਉਹ ਜਿਹੜੇ ਪੰਥਕ ਖਿੱਤਿਆਂ ਦੇ ਵਿੱਚੋਂ ਆਲਰੇਡੀ ਤੁਰੇ ਹੋਏ ਆ, ਪੰਥਕ ਜਥੇਬੰਦੀਆਂ ਨਾਲ ਜੁੜੇ ਹੋਏ ਆ, ਉਹਨਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਹੁਣ ਸੁਣਨੀਆਂ ਪੈ ਰਹੀਆਂ ਕਿ ਤੁਸੀਂ ਪਿੱਛੇ ਰਹੋ। ਸਾਡੇ ਚਿਹਰੇ ਵੀ ਜਿਹੜੇ ਆ ਉਹ ਵੀ ਇੱਕ ਲਾਇਬਿਲਿਟੀ ਬਣ ਗਏ ਆ ਮੋਰਚੇ ਲਈ। ਇਹ ਜਿਹੜੀ ਗੱਲ ਆ, ਇਹ ਭਾਵੇਂ ਕੈਲੀਫੋਰਨੀਆ ਦੀ ਗੱਲ ਆ, ਭਾਵੇਂ UK ਦੀ ਗੱਲ ਆ, ਭਾਵੇਂ ਵੈਨਕੂਵਰ ਦੀ ਕੈਨੇਡਾ ਦੀ ਗੱਲ ਆ, ਜਿੱਥੇ ਵੀ ਪੰਥਕ ਨੌਜਵਾਨ ਵਿਚਰ ਰਹੇ ਆ, ਅਸੀਂ ਆਪਣੇ ਆਪ ਨੂੰ ਇੱਕ ਹੁਣ ਲਾਇਬਿਲਿਟੀ ਜਿਹੜੀ ਹੈ ਸਾਨੂੰ ਅਹਿਸਾਸ ਹੋ ਰਿਹਾ ਹੈ ਕਿ ਜਿਹੜੇ ਸਾਡੇ ਆਲੇ ਦੁਆਲੇ ਆ ਕਈ ਆ, ਸਪੈਸ਼ਲੀ ਸਾਡੇ ਜਿਹੜੀ ਇੱਕ ਐਲਡਰ ਜਨਰੇਸ਼ਨ ਹੈ, ਉਹ ਸਾਨੂੰ ਕਦੀ ਇਦਾਂ ਦਿਖਾਉਂਦੇ ਕਿ ਤੁਸੀਂ ਪਿੱਛੇ ਰਹੋ, ਤੁਸੀਂ ਵਾਲਾਂ ਮੋਹਰੇ ਨਹੀਂ ਆਉਣਾ, ਤੁਸੀਂ ਗਰਮ ਆ, ਤੁਸੀਂ ਏਦਾਂ ਕੁਝ ਬੋਲਣਾ ਹੈ। ਤੇ ਉਹਨੂੰ ਇੱਕ ਸੈਂਸਰਸ਼ਿਪ ਜਿਹੜੀ ਆ ਦੂਜਿਆਂ ਨੇ ਕੀ ਕਰਨੀ ਆ, ਸਾਡੇ ਤੇ ਆਪ ਥੋਪੀ ਜਾ ਰਹੀ ਹੈ। ਤੇ ਮੈਂ ਸਪੈਸੀਫਿਕਲੀ ਇੱਕ ਐਗਜ਼ਾਮਪਲ ਵੈਨਕੂਵਰ ਤੋਂ ਦਿੰਦਾ ਹਾਂ ਕਿ ਹੋ ਸਕਦਾ ਇਹੀ ਐਗਜ਼ਾਮਪਲ ਜਿਹੜਾ ਹੈ ਸਾਰੇ ਥਾਂ ਤੇ ਲਾਗੂ ਹੋਵੇ। ਇੱਥੇ ਜਦੋਂ ਇੱਕ ਕਾਰ ਰੈਲੀ ਕੱਢੀ ਗਈ, ਵੈਰੀ ਸਮਾਲ ਗੱਲ ਆ, ਪਰ ਇਹ ਇੱਕ ਸੋਚ ਦੀ ਗੱਲ ਆ। ਉਹਦੇ ਵਿੱਚ ਜਿਹੜੇ ਖਾਲਿਸਤਾਨ ਦੇ ਝੰਡੇ ਆ, ਉਹਨਾਂ ਨੂੰ ਛੱਡੋ, ਜਿੱਥੇ ਕੇਸਰੀ ਝੰਡੇ ਲੱਗੇ ਸੀਗੇ, ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਆਣ ਕੇ ਕੇਸਰੀ ਝੰਡੇ ਜਿਹੜੇ ਲਹਾਉਣ ਦੀ ਗੱਲ ਕੀਤੀ ਕਿ ਕੇਸਰੀ ਲਾ ਦਿਓ, ਇਹ ਹਰਾ ਰੰਗ ਆ ਸਾਡਾ। ਤੇ ਉੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਤੁਸੀਂ ਕੌਣ ਹੈ ਤੇ ਅਸੀਂ ਕੌਣ ਹੈ? ਕਿ ਜੇ ਤੁਹਾਡਾ ਹਰਾ ਰੰਗ ਆ, ਸਾਡਾ ਕੇਸਰੀ ਆ, ਇਹ ਕੀ ਹੋ ਰਿਹਾ ਆ ਸਾਡੇ ਵਿੱਚ? ਕਿ ਤੁਹਾਡਾ ਕਿਉਂ ਕੇਸਰੀ ਆ, ਸੌਰੀ ਤੁਹਾਡਾ ਕਿਉਂ ਹਰਾ ਆ? ਕੇਸਰੀ ਤੋਂ ਕੀ ਤੁਹਾਨੂੰ ਪ੍ਰੋਬਲਮ ਪੈ ਰਹੀ ਹੈ ਹੁਣ, ਜਾਂ ਨੀਲੇ ਤੋਂ ਕੀ ਪ੍ਰੋਬਲਮ ਪੈ ਰਹੀ ਹੈ? ਤੇ ਸਾਨੂੰ ਇਹ ਅਹਿਸਾਸ ਹੋਇਆ ਕਿ ਜਿਹੜੀ ਕਿਸਾਨ ਯੂਨੀਅਨਸ ਦੀ ਗੱਲ ਆ, ਜਾਂ ਲੈਫਟ ਪੱਖੀ ਜਾਂ ਖੱਬੇ ਪੱਖੀ ਜਿਹੜੀ ਇੱਥੇ ਧਿਰਾਂ ਆ, ਉਹਨਾਂ ਦਾ ਇੱਕ ਬਹੁਤ ਵੱਡਾ ਜ਼ੋਰ ਚੱਲ ਰਿਹਾ ਕਿ ਸਿੱਖੀ ਨੂੰ ਕੰਪਲੀਟਲੀ ਰਿਮੂਵ ਕਰਨਾ ਇਸ ਕਨਵਰਸੇਸ਼ਨ ਤੋਂ। ਕਿ ਜਿਹੜੀ ਸਿੱਖੀ ਆ ਜਾਂ ਧਰਮ ਆ, ਉਹਦੀ ਕੋਈ ਵੀ ਬੁਨਿਆਦ ਜਿਹੜੀ ਆ ਜਾਂ ਉਹਦਾ ਕੋਈ ਵੀ ਐਗਜ਼ਾਮਪਲ ਆ, ਉਹਨੂੰ ਨਹੀਂ ਵਰਤਣਾ ਚਾਹੀਦਾ। ਤੇ ਉੱਥੇ ਸਾਡਾ ਜਿਹੜਾ ਆਬਵੀਅਸਲੀ ਜਵਾਬ ਤਾਂ ਇਹੀ ਹੈ ਕਿ ਸਿੱਖੀ ਦੇ ਆਧਾਰ ਦੇ ਉੱਤੇ, ਸਿੱਖੀ ਦੇ ਉੱਤੇ ਹੀ ਜਿਹੜੇ ਮੋਰਚੇ ਜਿਹੜੇ ਲੱਗੇ ਆ, ਸਿੱਖੀ ਦੇ ਨਾਲ ਹੀ ਜਿਹੜੇ ਬੈਰੀਕੇਡ ਟੁੱਟੇ ਆ, ਤੇ ਸਿੱਖੀ ਦੇ ਨਾਲ ਹੀ ਜਿਹੜੇ ਖਾਲਸੇ ਦੇ ਬੋਲਬਾਲੇ ਆ, ਉਹ ਤਰ੍ਹਾਂ ਜਦੋਂ ਵੀ ਇੱਕ ਬੈਰੀਕੇਡ ਡਿੱਗਣਾ, ਉੱਥੇ ਬੋਲੇ ਸੋਨੇ ਹਾਰ ਰਾਜ ਕਰੇਗਾ, ਖਾਲਸੇ ਦੇ ਜੈਕਾਰੇ ਛੱਡਣੇ। ਭਾਵੇਂ ਕੋਈ ਬੰਦਾ ਸਟੇਜ ਤੇ ਚੜ੍ਹਦਾ ਆ, ਕਲਾਕਾਰ ਹੋਵੇ, ਜੋ ਮਰਜ਼ੀ ਹੋਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਗੱਲ ਸ਼ੁਰੂ ਹੁੰਦੀ ਹੈ। ਤੋ ਜਿਹੜੀ ਉਹ ਸਿੱਖੀ ਸਪਿਰਿਟ ਆ, ਜਿਹੜੇ ਕਈ ਵਿਦਵਾਨਾਂ ਨੇ ਪੰਜਾਬ ਤੋਂ ਸਪੈਸ਼ਲੀ ਜਿਹੜੀ ਅਸੀਂ ਗੱਲ ਸੁਣ ਰਹੇ ਹਾਂ, ਤੇ ਇੱਥੇ ਵੀ ਲੋਕਲੀ ਵੀ ਵਿਦਵਾਨ ਹੋਵੇ, ਕਥਾਵਾਚਕ ਹੋਣ, ਉਹ ਵੀ ਵਿਦਵਾਨ ਆ ਆਪਣੇ ਰਾਈਟਸ ਦੇ ਵਿੱਚ। ਸਾਡੇ ਲੋਕ ਜਿਹੜੇ ਆ ਉਹ ਇਹ ਗੱਲ ਕਰ ਰਹੇ ਆ ਕਿ ਸਿੱਖੀ ਸਪਿਰਿਟ ਜਿਹੜੀ ਆ, ਜਿਹੜਾ ਉਹ ਜਜ਼ਬਾ ਆ, ਉਹ ਇਸ ਮੂਵਮੈਂਟ ਨੂੰ ਗਾਈਡ ਵੀ ਕਰ ਰਹੀ ਆ ਤੇ ਇਨਸਪਾਇਰ ਵੀ ਕਰ ਰਹੀ ਹੈ। ਤੇ ਜੇ ਉਹ ਇਨਸਪੀਰੇਸ਼ਨ ਤੁਸੀਂ ਲੋਕਾਂ ਤੋਂ ਖੋਣੀ ਆ, ਉਹ ਇੱਕ ਖਾਲੀ ਭਾਂਡਾ ਜਿਹਾ ਰਹਿ ਜਾਂਦਾ ਹੈ ਸਾਡੇ ਲਈ ਕਿ ਫਿਰ ਉਹ ਕਿੱਥੋਂ ਲੜ ਰਹੇ ਆ, ਤੇ ਉਹ ਲੜਾਈ ਵੀ ਜਿਹੜੀ ਆ ਕਿੰਨੀ ਛੋਟੀ ਰਹਿ ਜਾਂਦੀ ਹੈ। ਤੇ ਭਾਈ ਪਰਮਜੀਤ ਸਿੰਘ ਨੇ ਗੱਲ ਕੀਤੀ ਸੀ ਕਿ ਅਸੀਂ ਇੱਕ ਆਲਮੋਸਟ ਜਿੱਦਾਂ ਨਾ ਵੈਨਗਾਰਡ ਹੁੰਦੇ ਆ, ਕਿ ਅਸੀਂ ਪੂਰਾ ਜਿਹੜਾ ਸਾਊਥ ਏਸ਼ੀਆ ਜਿਹੜਾ ਆ ਲਾਈਕ ਐਜ਼ ਐਨ ਉਹਦੇ ਇੱਕ ਵੈਨਗਾਰਡ ਬਣ ਸਕਦੇ ਆ, ਕਿ ਸਾਡੇ ਵਿੱਚ ਉਹ ਜਿਹੜੀਆਂ ਕਹਿ ਲਓ ਕਿ ਕੁਆਲਿਟੀਜ਼ ਹੈਗੀਆਂ ਸਾਡੇ ਵਿੱਚ, ਜੇ ਅਸੀਂ ਉਧਰ ਨੂੰ ਤੁਰੀਏ। ਜਦੋਂ ਅਸੀਂ ਆਪਣੇ ਆਪ ਨੂੰ ਲਿਮਿਟ ਕਰਨਾ ਪੈਂਦੇ ਆ, ਫਿਰ ਉਹ ਜਿਹੜੀ ਲਿਮਿਟੇਸ਼ਨਸ ਆ, ਉਹ ਖਾਲਸੇ ਤੋਂ ਵੀ ਦੂਰ ਅਸੀਂ ਚੱਲ ਜਾਂਦੇ ਹਾਂ। ਮੈਂ ਜਦੋਂ ਇਹ ਕਹਿ ਰਿਹਾ ਕਿ ਖਾਲਸੇ ਨੂੰ ਇੱਕ ਤਰ੍ਹਾਂ ਬਣਾਇਆ ਗਿਆ ਸੀ, ਜੇ ਅਸੀਂ ਉਹ ਤੋਂ ਹੀ ਵਾਂਝੇ ਹੋ ਗਏ, ਫਿਰ ਰਿਹਾ ਕੀ ਹੈ ਸਾਡੇ ਲਈ ਮੋਰਚੇ ਦੇ ਵਿੱਚ? ਸੋ ਅਸੀਂ ਮੋਰਚੇ ਤੋਂ ਪਿੱਛੇ ਵੀ ਨਹੀਂ ਹਟਣਾ, ਪਰ ਅਸੀਂ ਇੱਕ ਇਹ ਵੀ ਗੱਲ ਨਾਲ ਕਰਨੀ ਹੈ ਕਿ ਸਾਡੀ ਜਿਹੜੀ ਹੋਂਦ ਦੀ ਲੜਾਈ ਇੱਥੇ ਚੱਲ ਰਹੀ ਹੈ, ਤੇ ਜਿਹੜੀ ਇਮੇਜਸ ਅਸੀਂ ਦੇਖ ਰਹੇ ਹਾਂ, ਉਹ ਕੀ ਇਨਵੋਕ ਹੁਣ ਕਰ ਰਹੇ ਹਾਂ, ਇਹ ਵੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ 'ਚ ਕੀ ਹੋ ਰਿਹਾ, ਕਿ ਸਾਡੇ ਵਿੱਚ ਕੀ ਫੀਲਿੰਗ ਆ ਰਹੀ ਹੈ ਬਾਹਰਲੇ ਬੈਠਿਆਂ ਦੇ ਵਿੱਚ। ਤੇ ਮੈਂ ਸਿਰਫ ਆਪਣੀ ਗੱਲ ਨਹੀਂ ਕਰ ਰਿਹਾ, ਜਿੰਨੇ ਵੀ ਜਿੱਥੇ ਤੱਕ ਵੀ ਸਾਡਾ ਵਾਹ ਪੈਂਦਾ ਆ, ਉਹਨਾਂ ਦੀ ਵੀ ਮੈਂ ਗੱਲ ਥੋੜੀ ਜਿਹੀ ਕਰ ਸਕਦਾ ਹਾਂ ਕਿ ਪਹਿਲੀ ਵਾਰ ਬਹੁਤ ਚਿਰਾਂ ਬਾਅਦ ਇੱਕ ਕੰਸਿਸਟੈਂਟਲੀ
ਕਈ ਮਹੀਨਿਆਂ ਤੋਂ ਇੱਕ ਨਵੀਂ ਚੀਜ਼ ਜਿਹੜੀ ਅਸੀਂ ਦੇਖ ਰਹੇ ਹਾਂ, ਉਹ ਇੱਕ ਬਹੁਤ ਵੱਡੇ ਲੈਵਲ ਤੇ ਪੰਥਕ ਕੌਮੀਅਤ ਜਿਹੜੀ ਅਣਖ ਆ, ਉਹ ਜਾਗਰੂਕ ਹੁੰਦੇ ਅਸੀਂ ਦੇਖੀ ਹੈ। ਤੇ ਸਾਨੂੰ ਇਹ ਮੁੜ ਕੇ ਦੱਸਿਆ ਜਾਂਦਾ ਹੈ, ਭਾਵੇਂ ਪੰਜਾਬ ਤੋਂ ਇਹ ਗੱਲ ਹੁੰਦੀ ਹੈ, ਭਾਵੇਂ ਇੱਥੇ ਅਸੀਂ ਆਪ ਕਰਦੇ ਹਾਂ, ਸਾਡੇ ਘਰਾਂ 'ਚ ਹੁੰਦੀ ਹੈ, ਸਾਡੇ ਗੁਰਦੁਆਰਿਆਂ 'ਚ ਹੁੰਦੀ ਹੈ, ਕਿ ਪੰਜਾਬ ਦੀ ਜਿਹੜੀ ਜਵਾਨੀ ਆ ਨਸ਼ਿਆਂ ਦੇ ਨਾਲ ਜਾਂ ਬਾਹਰ ਆਉਣ ਦੇ ਵਿੱਚ ਹੀ ਉਹਨਾਂ ਦੀ ਅਣਖ ਖਤਮ ਹੋ ਗਈ ਹੈ। ਇਹ ਕੋਈ ਇੱਥੇ ਮੰਨੇ ਜਾਂ ਨਾ ਮੰਨੇ, ਇਹ ਆਮ ਤੌਰ ਤੇ ਸਾਰੀ ਗੱਲ ਫੈਲੀ ਹੈ ਕਿ ਨਸ਼ਿਆਂ ਨੇ ਮਾਰ ਦਿੱਤਾ, ਬਾਹਰ ਆਉਣ ਦੀ ਆਸਨ ਦੇ ਵਿੱਚ ਜਾਂ ਲਾਲਚ ਕਹਿ ਲਓ ਜਾਂ ਗਰੀਬੀ ਕਹਿ ਲਓ ਜਾਂ ਓਪਰਚੁਨਿਟੀ ਕਹਿ ਲਓ, ਜੋ ਵੀ ਕਾਰਨ ਆ ਬਾਹਰ ਆਉਣ ਲਈ, ਅਸੀਂ ਵੀ ਬਾਹਰ ਬੈਠੇ ਹਾਂ, ਕਿ ਉਹ ਇਹ ਲੇਬਲ ਥੋਪਿਆ ਜਾਂਦਾ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਹੱਤਿਆ ਜਾਂ ਸਿੱਖੀ ਤੱਕ ਗੱਲ ਆ ਜਾਂਦੀ ਹੈ ਕਿ ਸਿੱਖੀ ਨਹੀਂ ਰਹੀ, ਇਹ ਸਾਰਾ ਕੁਝ ਬਾਹਰ ਆ ਹੁਣ। ਤੇ ਕਿੰਨਾ ਗਲਤ, ਉਦੋਂ ਵੀ ਸਾਨੂੰ ਲੱਗਦਾ ਸੀ ਕਿ ਇਹ ਗੱਲ ਗਲਤ ਆ, ਤੇ ਹੁਣ ਤਾਂ ਵਾਕਈ ਸਾਨੂੰ ਪੰਜਾਬ ਦੇ ਨੌਜਵਾਨਾਂ ਨੇ ਦਿਖਾ ਹੀ ਦਿੱਤਾ ਕਿ ਉਹ ਕੌਣ ਆ ਤੇ ਉਹ ਕੀ ਕਰ ਸਕਦੇ ਆ ਤੇ ਕਿੰਨੀ ਅਣਖ ਉਹਨਾਂ ਦੇ ਵਿੱਚ ਹਲੇ ਉਹ ਜਿਉਂਦੀ ਹੈ। ਇਹ ਜਿਹੜੀਆਂ ਗੱਲਾਂ ਸਾਨੂੰ ਇੱਕ ਵਾਰੀ ਦੇਖਣ ਲਈ ਮਿਲੀਆਂ, ਤੇ ਅਸੀਂ ਇੱਕ ਵੀ ਹੈ ਕਿ ਜਿਹੜੀ ਕਲਾਸ਼ਿਸ ਆ, ਜਦੋਂ ਅਸੀਂ ਕਲਾਸ਼ ਕਰਦੇ ਹਾਂ ਕੋਈ ਵੀ ਮੋਰਚੇ ਦੇ ਵਿੱਚ ਪੁਲਿਸ ਦੇ ਨਾਲ ਜਾਂ ਹੋਰਾਂ ਦੇ ਨਾਲ, ਪੈਰਾਮਿਲਟਰੀ ਦੇ ਨਾਲ, ਉੱਥੇ always ਸਾਨੂੰ ਲੱਗਦਾ ਸੀਗਾ ਕਿ ਸਾਡੇ ਕਿਸੇ ਸਿੰਘ ਦੇ ਜਾਂ ਸਾਡੇ ਕਿਸੇ ਬੀਬੀ ਦੇ ਜਾਂ ਸਾਡੇ ਕਿਸੇ ਬਜ਼ੁਰਗ ਦੇ ਕਿਸੇ ਨਾ ਕਿਸੇ ਦੇ ਗੋਲੀ ਲੱਗਦੀ ਸੀ, ਭਾਵੇਂ ਉਹ ਜਸਪਾਲ ਸਿੰਘ ਸੀ ਜਾਂ ਜਸਜੀਤ ਸਿੰਘ ਸੀ, ਕਨਵਲਜੀਤ ਸਿੰਘ ਸੀਗਾ, ਦਰਸ਼ਨ ਸਿੰਘ ਸੀਗਾ, ਜਿੰਨੇ ਵੀ ਮੋਰਚੇ ਲੱਗੇ ਸਾਡੇ ਜਿਹੜੇ ਮੌਜੂਦਾ ਜਿਹੜੇ ਸਮਾਂ ਆਇਆ ਇੱਥੇ ਪਿਛਲੇ 10-15 ਸਾਲਾਂ ਦੇ ਵਿੱਚ, ਉਹ ਮੋਰਚਿਆਂ ਦੇ ਵਿੱਚੋਂ ਜਦੋਂ ਗੋਲੀ ਚੱਲਣੀ ਆ, ਸਾਡੇ ਵੱਲ ਨੂੰ ਚੱਲਣੀ ਆ, ਸਾਡੇ ਜਿਹੜੇ ਸਿੱਖ ਆ ਉਹ ਸ਼ਹੀਦ ਹੋਣੇ, ਉਹਦੇ ਵਿੱਚ ਸਾਨੂੰ ਇੱਕ ਵਿਕਟਰੀ ਨਹੀਂ ਦੱਸਦੀ ਸੀਗੀ, ਭਾਵੇਂ ਸ਼ਹੀਦੀ ਦੇ ਵਿੱਚ ਫਤਿਹ ਹੁੰਦੀ ਹੈ ਸਿੱਖਾਂ ਦੀ, ਪਰ ਉਹਦੇ ਵਿੱਚ ਇਹ ਸੀਗਾ ਕਿ ਉੱਥੇ ਹੀ ਸਾਰਾ ਕੁਝ ਥੱਲੇ ਨੂੰ ਆ ਜਾਂਦਾ ਸੀ। ਜਿੱਦਾਂ ਜਿੱਦਾਂ ਅਸੀਂ ਜਿਹੜੀ ਇਹ ਇਮੇਜਸ ਦੇਖੀਆਂ ਉੱਥੋਂ ਕਿ ਸਿੱਖਾਂ ਨੇ ਬੈਰੀਕੇਡ ਤੋੜਨੇ, ਸਾਨੂੰ ਇੱਕ ਜਿੱਤ ਜਾਂ ਫਤਿਹ ਲੱਗਦੀ ਸੀਗੀ ਕਿ ਦਿੱਲੀ ਵੱਲ ਨੂੰ ਇੱਕ ਮੋਰਚਾ ਜਾ ਰਿਹਾ ਆ, ਇੱਕ ਕਾਫਲਾ ਜਾ ਰਿਹਾ ਆ, ਜਿਹੜੇ ਵਿੱਚ ਹੁਣ ਜੋ ਵੀ ਉਹਦੇ ਅੱਗੇ ਆ ਰਿਹਾ ਉਹ ਢਹਿ ਢੇਰੀ ਹੋ ਰਿਹਾ, ਤੇ ਉਹ ਇੱਕ ਇਮੇਜ ਬਹੁਤ ਸਟਰੋਂਗ ਇਮੇਜ ਆ ਸਾਡੇ ਲਈ। ਤੇ ਇੱਕ ਆਈ ਥਿੰਕ ਪੰਜਾਬ ਦੇ ਨੌਜਵਾਨਾਂ ਲਈ ਵੀ ਇੱਕ ਗੱਲ ਹੈ ਕਿ ਦਿੱਲੀ ਵਾਕਈ ਇੰਨਾ ਦੂਰ ਨਹੀਂ ਹੈਗਾ। ਮਸਲੇ ਤੇ ਜੇ ਸਿੱਖੀ ਦੀ ਇੰਸਪੀਰੇਸ਼ਨ ਜੇ ਜਜ਼ਬਾ ਅੰਦਰ ਹੋਵੇ, ਤੇ ਉਹਨਾਂ ਨੇ ਆਪਣੇ ਆਪ ਹੀ, ਅਸੀਂ ਕਹਿੰਦੇ ਹਾਂ ਕਿ ਲਾਈਕ ਪ੍ਰੋਬਲਮ ਸੋਲਵਰਸ, ਇੱਥੇ ਅਸੀਂ ਗੱਲ ਕਰਦੇ ਹੁੰਦੇ ਕਿ ਜਦੋਂ ਕੋਈ ਤੁਹਾਡੇ ਔਂਕੜ ਮੋਢੇ ਪੈਦਾ ਹੋ ਜਾਂਦੀ ਹੈ ਜਾਂ ਆਬਸਟਕਲ ਆ ਜਾਂਦਾ, ਤੁਸੀਂ ਉਦੋਂ ਕਿੱਦਾਂ ਟਕਰਾ ਕਰਨਾ। ਉਹਨਾਂ ਨੇ ਹਾਈਵੇ ਪੱਟੇ, ਉਹ ਟਰੈਕਟਰ ਟਰਾਲੀਆਂ ਨਾਲ ਉਹ ਹਾਈਵੇ ਭਰ ਕੇ ਉੱਤੋਂ ਦੀ ਗੱਡੀਆਂ ਲੈ ਕੇ ਚਲੇ ਗਏ। ਉਹ ਮੋਰੇ ਉਹਨਾਂ ਨੇ ਵਾਟਰ ਕੈਨਨ ਚਲਾਏ, ਉਹ ਵਾਟਰ ਕੈਨਨ ਤੇ ਚੜ ਕੇ ਉਹਨਾਂ ਨੇ ਵਾਟਰ ਕੈਨਨ ਤੇ ਕਬਜ਼ਾ ਕਰ ਲਿਆ। ਜਦੋਂ ਇੱਕ ਪੈਦਾ ਅੰਦਰੋਂ ਗੱਲ ਹੋ ਗਈ ਕਿ ਹੁਣ ਇੱਥੇ ਮਰ ਮੁਕਾਉਣ ਤੱਕ ਗੱਲ ਆ ਗਈ ਹੈ, ਤੇ ਉਹ ਇੱਕ ਪੈਸ਼ਨ ਜਿਹੜਾ ਆ ਅਣਖਿਆ ਉਹ ਦੇਖਣ ਲਈ ਮਿਲਿਆ ਸਾਰੀ ਦੁਨੀਆ ਨੂੰ, ਸਪੈਸ਼ਲੀ ਜਿਹੜੇ ਨੌਜਵਾਨ ਬਾਹਰ ਬੈਠੇ ਆ, ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਵੱਡੀ ਇੰਸਪੀਰੇਸ਼ਨ ਇਹ ਤੋਂ ਮਿਲੀ ਕਿ ਕਿੰਨੇ ਲੋਕ ਸਾਡੇ ਉੱਥੇ ਤੁਰੇ ਆ। ਤੇ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਹੈਗੇ ਕਿ ਕੋਈ ਵੀ ਕਾਮਰੇਡੀ ਜਾਂ ਲੈਫਟਿਸਟ ਜਾਂ ਖੱਬੇ ਪੱਖੀ ਜਿਹੜੀ ਇੰਸਪੀਰੇਸ਼ਨ ਉਹਨੂੰ ਮਿਲ ਰਹੀ ਹੈ ਸਿੱਖਾਂ ਨੂੰ। ਜਦੋਂ ਕੁਛ ਵੀ ਟੁੱਟਣਾ, ਭਾਵੇਂ ਉਹ ਮੋਨਾ ਸੀ, ਭਾਵੇਂ ਉਹ ਸਰਦਾਰ ਸੀ, ਭਾਵੇਂ ਉਹ ਅੰਮ੍ਰਿਤਧਾਰੀ ਸੀ, ਭਾਵੇਂ ਉਹ ਬਾਣੇ ਦੇ ਵਿੱਚ ਸੀ, ਬੋਲੇ ਸੋ ਨਿਹਾਲ, ਰਾਜ ਕਰੇਗਾ ਖਾਲਸਾ, ਦੇਖ ਦੇਖ ਫਤਿਹ ਦੇ ਜਕਾਰੇ। ਜਿੱਥੇ ਵੀ ਕੋਈ ਲੰਗਰ ਲਾਉਣੇ ਸਿੱਖਾਂ ਨੇ ਲਾਉਣੇ, ਜਿੱਥੇ ਵੀ ਕੋਈ ਸਾਨੂੰ ਸਿੰਬੋਲਿਕ ਕੋਈ ਸਿੰਬਲਿਜ਼ਮ ਦੱਸਣਾ, ਉਹ ਖੰਡੇ ਦਾ ਇੱਕ ਓਂਕਾਰ ਦਾ ਉਹ ਸਾਨੂੰ ਦੱਸਣਾ। ਇਹ ਸਾਰਾ ਕੁਝ ਜੋ ਆ ਇਹ ਇੱਕ ਮੈਂਟਲੀ ਤੇ ਸਾਈਕੋਲੋਜੀਕਲੀ ਇੱਕ ਬੜੀ ਵੱਡੀ ਗੱਲ ਹੈ ਸਿੱਖਾਂ ਦੇ ਲਈ ਆਈ ਥਿੰਕ, ਤੇ ਉਹ ਸਾਨੂੰ ਆਈ ਥਿੰਕ ਦੇਖਣਾ ਚਾਹੀਦਾ ਹੈ। ਤੇ ਜਿਹੜੀ ਬਾਹਰਲੇ ਦੇਸ਼ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਗੱਲ ਸਾਨੂੰ ਵੀ ਮਿਲੀ ਹੈ ਕਿ ਇੱਥੇ ਕੋਈ ਸਿੰਗੂਲਰ ਲੀਡਰਸ਼ਿਪ ਨਹੀਂ ਹੈਗੀ ਸਾਡੇ ਵਿੱਚ। ਸਾਨੂੰ ਇਹ ਨਹੀਂ ਦੱਸ ਰਿਹਾ ਕਿ ਫਲਾਨੀ ਜਥੇਬੰਦੀ ਜਾਂ ਫਲਾਨਾ ਬੰਦਾ ਜਿਹੜਾ ਇਹਦੇ ਮੋਹਰੇ ਆ। ਸ਼ਹਿਰ ਦੇ ਵਿੱਚ ਜਿਹੜੇ ਵੀ ਕੋਈ ਪ੍ਰੋਗਰਾਮ ਹੋ ਰਹੇ ਆ, ਉਹਦੇ ਵਿੱਚ ਕੋਈ ਮੋਰਚੇ ਲੱਗ ਰਹੇ ਆ, ਕੋਈ ਰੈਲੀਜ਼ ਹੋ ਰਹੀਆਂ ਆ, ਕੋਈ ਪ੍ਰੋਟੈਸਟ ਹੋ ਰਹੇ ਆ, ਕੌਂਸਲੇਟਾਂ ਦੇ ਮੋਹਰੇ ਮੁਜ਼ਾਹਰੇ ਹੋ ਰਹੇ ਆ, ਉਹ ਸਾਰਿਆਂ ਦੇ ਵਿੱਚ ਕੋਈ ਵੀ ਪੁੱਛਣ ਦੀ ਲੋੜ ਨਹੀਂ ਹੈਗੀ। ਕੋਈ ਪੋਸਟਰ ਬਣਦਾ, ਉਹ ਸੋਸ਼ਲ ਮੀਡੀਆ ਤੇ ਚਲੇ ਜਾਂਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠ ਹੋ ਜਾਂਦਾ। ਇਹ ਇੱਕ ਕਿਸੇ ਦਾ ਸੱਦੇ ਦੀ ਲੋੜ ਨਹੀਂ ਹੁਣ ਰਹੀ, ਕਿਸੇ ਦੀ ਕੋਈ ਲੀਡਰਸ਼ਿਪ ਦੀ ਲੋੜ ਨਹੀਂ ਰਹੀ। ਹਾਂ, ਇਹ ਹੈਗਾ ਹੈ ਕਿ ਉੱਥੇ ਜ਼ਿੰਮੇਵਾਰੀਆਂ ਬੰਦੇ ਆਪ ਸਾਂਭਣਾ ਪੈਂਦੇ ਆ। ਇੱਕ ਵਾਰੀ ਪਹੁੰਚ ਜਾਓ ਉੱਥੇ। ਮੈਂ ਇਹ ਵੀ ਤੁਹਾਨੂੰ ਦੱਸਦਾ ਹੈ ਕਿ ਮੈਂ ਮੇਰੀ ਇੱਥੇ ਕਮਿਊਨਿਟੀ ਦੇ ਵਿੱਚ ਵਾਹ ਪਿਆ ਆ। ਕੋਈ ਲੀਡਰ ਜਾਂ ਕੁਛ ਏਦਾਂ ਦੀ ਗੱਲ ਨਹੀਂ ਅਸੀਂ ਕਰਦੇ ਹੁੰਦੇ ਆ। ਸਾਡਾ ਇੱਥੇ ਸੇਵਾਦਾਰਾਂ ਦੇ ਤੌਰ ਤੇ ਅਸੀਂ ਵੀ ਤੁਰੇ ਫਿਰਦੇ ਹਾਂ। ਪਰ ਇੱਥੇ ਇੱਕ ਪ੍ਰੋਟੈਸਟ ਕਾਲ ਹੋਇਆ, ਉਹਦੇ ਵਿੱਚ ਕਿਸੇ ਨੇ ਪਤਾ ਨਹੀਂ ਸੀ ਕਿਹਨੇ ਕੀਤਾ। ਗੱਡੀਆਂ ਆ ਗਈਆਂ, ਬੰਦੇ ਆ ਗਏ। ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਆ ਗਈਆਂ, ਹਜ਼ਾਰਾਂ ਦੀ ਗਿਣਤੀਆਂ 'ਚ ਬੰਦੇ, ਤੇ ਉੱਥੇ ਨੌਜਵਾਨਾਂ ਨੇ ਇਕੱਠੇ ਹੋ ਕੇ ਮੈਨੂੰ ਅਪਰੋਚ ਕੀਤਾ ਕਿ ਤੇਰੀ ਜ਼ਿੰਮੇਵਾਰੀ ਹੈ, ਤੂੰ ਮੀਡੀਆ ਨੂੰ ਹੈਂਡਲ ਕਰਨਾ। ਮੈਂ ਕਿਹਾ ਸਤਿ ਬਚਨ ਜੀ। ਹੁਣ ਸੰਗਤ ਜਿਹੜੀ ਆ
ਉਹ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਆ ਜਾਂ ਹੋਰਾਂ ਉਹਨਾਂ ਨੂੰ ਨੌਜਵਾਨ ਆਣ ਕੇ ਕਹਿ ਰਹੇ ਕਿ ਤੁਹਾਡਾ ਰੋਲ ਆਇਆ, ਤੁਹਾਡਾ ਰੋਲ ਆਇਆ, ਤੁਹਾਡਾ ਰੋਲ ਆ, ਅਸੀਂ ਆ ਕਰਨਾ, ਠੀਕ ਹੈ ਜੀ, ਤੁਰੋ। ਇਹ ਇੱਕ ਫਰਕ ਪਿਆ ਆ ਕਿ ਪਹਿਲੋਂ ਸੀਗਾ ਕਿ ਆਹ ਜਥੇਬੰਦੀ, ਆਹ ਬੰਦਾ, ਆਹ, ਤੇ ਲੋਕਾਂ ਨੂੰ ਦੂਰ ਕੀਤਾ ਜਾਂਦਾ ਸੀਗਾ ਕਿ ਤੁਸੀਂ ਸਟੇਜ ਨੇੜੇ ਨਹੀਂ ਆਉਣਾ, ਤੁਸੀਂ ਇੱਧਰ ਨਹੀਂ ਆਉਣਾ, ਤੁਸੀਂ ਉੱਧਰ ਨਹੀਂ ਆਉਣਾ। ਹੁਣ ਡਿਕਟੇਟ ਜਿਹੜੀ ਆ ਸਾਨੂੰ ਸੰਗਤ ਕਰ ਰਹੀ ਆ, ਹੁਣ ਆਹ ਹੋਣਾ ਜਾਂ ਆਹ ਹੋਣਾ ਜਾਂ ਆਹ ਹੋਣਾ, ਤੇ ਸੰਗਤ ਵੀ ਉਹ ਐਕਸਪਲੇਨੇਸ਼ਨ ਜਿਹੜੀ ਆ, ਕਹ ਲਓ ਕਿ ਜਿਹੜੇ ਨੌਜਵਾਨ ਪੰਥਕ ਜਿਹੜੇ ਆ ਉਹ ਹੈਂਡਲ ਕਰ ਰਹੇ ਆ। ਇਹ ਇੱਕ ਆਈ ਓਪਨਿੰਗ ਜੀ ਗੱਲ ਸੀ ਸਾਡੇ ਲਈ, ਅੱਖਾਂ ਖੁੱਲੀਆਂ ਇਹਦੇ ਵਿੱਚ ਕਿ ਵਾਕਈ ਸਾਡੇ ਜਿਹੜੇ ਮਾਡਲਸ ਆ, ਜਿਹੜੇ ਸਾਡੇ ਵੈਸਟਰਨ ਸਟਰਕਚਰ ਚ ਪੱਛਮ ਦੇ ਸਟਰਕਚਰ ਬਣੇ ਆ ਕਿ ਆਰਗੇਨਾਈਜ਼ ਤੁਸੀਂ ਕਿੱਦਾਂ ਕਰਨਾ, ਤੁਸੀਂ ਆਪਣੀਆਂ ਜਥੇਬੰਦੀਆਂ ਕਿੱਦਾਂ ਤੈਅ ਕਰਨੀਆਂ, ਤੁਸੀਂ ਬਿਜ਼ਨਸ ਮਾਡਲਸ ਕਿੱਦਾਂ ਬਣਾਉਣੇ, ਤੁਸੀਂ ਆਰਗੇਨਾਈਜੇਸ਼ਨਲ ਸਟਰਕਚਰਸ ਕਿੱਦਾਂ ਬਣਾਉਣੇ, ਇਹ ਸਾਰਾ ਕੁਝ ਜਿਹੜਾ ਆ ਇੱਕ ਬਕਵਾਸ ਅੰਗ ਲੱਗ ਰਿਹਾ ਹੈ ਕਿ ਸਾਨੂੰ ਆਪ ਦੀ ਜਿਹੜੀ ਹੋਂਦ ਆ ਬਸਤੀਵਾਦੀ ਤੋਂ ਬਾਅਦ, ਫਿਰੰਗੀ ਐਨਕਾਊਂਟਰ ਤੋਂ ਬਾਅਦ, ਸਾਨੂੰ ਆਪ ਝਲਕਾਂ ਦੱਸ ਰਹੀਆਂ ਕਿ ਸਾਡੇ ਲੋਕ ਜਿਹੜੇ ਆ ਉਹ ਕਿੱਦਾਂ ਆਪਣੇ ਆਪ ਦਾ ਜਿਹੜੇ ਹੈਂਡਲ ਕਰਦੇ ਆ, ਆਪਣੇ ਆਪ ਨੂੰ ਜਿਹੜੀ ਸਟਰਕਚਰਸ ਕਿੱਦਾਂ ਬਿਲਡ ਕਰਦੇ ਆ, ਤੇ ਮੋਰਚੇ ਉਹ ਕਿੱਦਾਂ ਲਾਉਂਦੇ ਆ। ਸੋ ਉਹਦੇ ਵਿੱਚ ਭਾਵੇਂ ਲੀਡਰਸ਼ਿਪ ਨਹੀਂ ਹੈਗੀ ਇੱਕ ਇੰਡੀਵਿਜੂਅਲਸ ਆਰਗੇਨਾਈਜੇਸ਼ਨ ਦੀ, ਇੱਕ ਕਲੈਕਟਿਵ ਲੀਡਰਸ਼ਿਪ ਦਿਸ ਰਹੀ ਹੈ ਕਿ ਜਿਹਦੇ ਵਿੱਚ ਇੱਕ ਸਾਂਝੀਵਾਲਤਾ ਦੇ ਨਾਲ ਸਾਡਾ ਇੱਕ ਕਾਮਨ ਨਿਸ਼ਾਨਾ ਆ। ਤੇ ਉਹ ਕਾਮਨ ਨਿਸ਼ਾਨਾ ਸਾਡਾ ਕੀ ਹੈ ਕਿ ਅਸੀਂ ਉਹ ਦਿੱਲੀ ਦਾ ਟਾਕਰਾ ਜਿਹੜਾ ਕਰ ਰਹੇ ਹਾਂ, ਪਰ ਉਹਦੇ ਵਿੱਚ ਇਹ ਹੈ ਕਿ ਇੱਕ ਨਿਸ਼ਾਨ ਸਾਹਿਬ ਆ, ਉਹ ਨਿਸ਼ਾਨ ਸਾਹਿਬ ਦੇ ਥੱਲੇ ਜਿਹੜੇ ਪੰਥਕ ਜਥੇਬੰਦੀਆਂ, ਨੌਜਵਾਨ ਸਾਰੇ ਉਹ ਇਕੱਠੇ ਹੋ ਰਹੇ ਆ। ਸੋ ਇਹ ਵੀ ਹੈ ਕਿ ਅਸੀਂ ਇਹ ਵੀ ਇੱਕ ਗੱਲ ਦੇਖਣ ਲਈ ਮਿਲੀ ਹੈ। ਸੋ ਜਿਹੜਾ ਡਾਇਸਪੋਰਾ ਦੇ ਵਿੱਚ, ਮੈਂ ਇੱਥੇ ਗੱਲ ਖਤਮ ਕਰਦਾ ਹਾਂ ਕਿ ਡਾਇਸਪੋਰਾ ਨੂੰ ਸਾਵਧਾਨ ਵੀ ਰਹਿਣਾ ਚਾਹੀਦਾ ਆ, ਵੱਡੇ ਲੈਵਲ ਤੇ ਸਾਵਧਾਨ ਇਹ ਗੱਲਾਂ ਦਾ ਕਿ ਤੁਹਾਨੂੰ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਤੁਹਾਡੀ ਜਿਹੜੀ ਹੋਂਦ ਦੀ ਲੜਾਈ ਨਹੀਂ ਹੈਗੀ, ਇਹਨੂੰ ਲਿਮਿਟ ਕਰੋ, ਉੱਥੇ ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਮੋਰਚੇ ਨਾ ਛੱਡੋ। ਅਸੀਂ ਇਹ ਦੇਖਿਆ ਸੀ ਕਿ ਇੱਥੇ ਕਈ ਬੰਦਿਆਂ ਨੇ ਆਣ ਕੇ ਕਹਿਣਾ ਕਿ ਤੁਸੀਂ ਆਹ ਲਾ ਦਿਓ ਜਾਂ ਆਹ ਕਰ ਦਿਓ, ਬੰਦਿਆਂ ਨੇ ਲਾ ਦੇਣੇ, ਕਿਉਂਕਿ ਉਹ ਏਕਤਾ ਉਹਨਾਂ ਦੇ ਦਿਮਾਗ ਦੇ ਵਿੱਚ ਐਕਚੁਅਲੀ ਨਾ ਏਕਤਾ ਦੀ ਗੱਲ ਆ। ਸੌਰੀ, ਇੱਥੇ ਮੈਂ ਗੱਲ ਖਤਮ ਕਰਦਾ। ਏਕਤਾ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਡਿਫਰ ਕਰ ਦੇਣਾ। ਇਹ ਏਕਤਾ ਨਹੀਂ ਹੈਗੀ। ਏਕਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਦੂਜਾ ਆਣ ਕੇ ਤੁਹਾਨੂੰ ਕੁਝ ਕਹਿ ਦੇਵੇ, ਤੁਸੀਂ ਆਪਣਾ ਝੰਡਾ ਲਾ ਦਿਓ, ਤੁਸੀਂ ਆਪਣਾ ਸਾਈਨ ਲਾ ਦਿਓ, ਤੁਸੀਂ ਆਪਣੇ ਜਿਹੜੇ ਬੋਲਬਾਲੇ ਛੱਡ ਦਿਓ, ਤੁਸੀਂ ਕੇਸਰੀ ਨਿਸ਼ਾਨ ਸਾਹਿਬ ਨੂੰ ਛੱਡ ਕੇ ਹਰਾ ਫੜ ਲਓ। ਇਹ ਏਕਤਾ ਨਹੀਂ ਹੁੰਦੀ। ਏਕਤਾ ਦੇ ਵਿੱਚ ਇਹ ਗੱਲ ਸਾਨੂੰ ਦੇਖਣੀ ਪੈਣੀ ਹੈ ਕਿ ਤੁਸੀਂ ਆਪਣੀ ਗਰਾਊਂਡ ਹੋਲਡ ਕਰਨੀ ਹੈ। ਕਾਮਨੈਲਿਟੀ ਕੀ ਆ, ਉੱਤੇ ਫੋਕਸ ਹੋਣੀ ਚਾਹੀਦੀ ਹੈ। ਕਾਮਨੈਲਿਟੀ ਦਿੱਲੀ ਤਿਰੰਗਾ ਤੇ ਮੋਦੀ ਹੈ ਰਾਈਟ ਨਾਓ। ਉਹਦੇ ਵਿੱਚ ਤਰ੍ਹਾਂ ਦੀ ਸਿਆਸਤ ਨੇ ਉਹਨੂੰ ਅਟੈਕ ਕਰਨਾ ਹੈ ਆਪਣੇ ਆਪਣੇ ਤਰੀਕਿਆਂ ਦੇ ਨਾਲ। ਉਹਦੇ ਵਿੱਚ ਸਾਨੂੰ ਜਿਹੜੇ ਸਪੈਸ਼ਲੀ ਸਾਡੇ ਵਰਗੇ ਲੋਕ ਆ, ਸਾਨੂੰ ਕੱਟੜਵਾਦੀ ਕਿਹਾ ਜਾਂਦਾ ਆ, ਭਾਵੇਂ ਸਾਡੀ ਪੋਲੀਟੀਕਲ ਆਈਡੀਓਲੋਜੀ ਕਰਕੇ ਹੈ ਜਾਂ ਸਾਨੂੰ ਧਾਰਮਿਕ ਤੌਰ ਤੇ ਕਹਿ ਦਿੰਦੇ ਆ। ਅਸੀਂ ਪੱਛਮ ਦੇ ਦੇਸ਼ਾਂ ਦੇ ਵਿੱਚ ਇਹੀ ਜਿਹੜੇ ਗਰੁੱਪਸ ਆ ਪੰਥਕ ਨੌਜਵਾਨਾਂ ਦੇ, ਜਿਹੜੇ ਹੁਣ ਕਹਿ ਰਹੇ ਆ ਕਿ ਲਿਬਰਲ ਜਿਹੜੇ ਸਿੱਖ ਆ ਉਹ ਕਿੱਥੇ ਗਏ ਆ। ਲਿਬਰਲ ਸਿੱਖ ਦਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਆ ਕਿ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਤੁਹਾਨੂੰ ਰੱਖਣੀ ਚਾਹੀਦੀ ਹੈ। ਹੁਣ ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਜਿਹੜੇ ਰਾਈਟਸ ਆ ਉਹ ਸਾਰਿਆਂ ਤੱਕ ਲਾਗੂ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਿਆਂ ਨੇ ਆਪਣੇ ਰੱਖਣੇ ਆ ਤੇ ਸਾਡੇ ਤੁਸੀਂ ਮਿਟਾ ਦੇਣੇ। ਹਾਲਾਂਕਿ ਜਿਹੜੇ ਪੰਥਕ ਜਥੇਬੰਦੀਆਂ ਆ ਜਾਂ ਪੰਥਕ ਨੌਜਵਾਨ ਆ, ਉਹ ਗੱਲ ਇਹ ਕਹਿ ਰਹੇ ਆ ਕਿ ਇੱਥੇ ਸਾਰਿਆਂ ਲਈ ਇੱਕ ਮਾਹੌਲ ਪੈਦਾ ਹੋਣਾ ਚਾਹੀਦਾ ਹੈ। ਕਿਸੇ ਨੇ ਇੱਥੇ ਇਨਕਲਾਬ ਜਿੰਦਾਬਾਦ ਕਹਿ ਦੇਣਾ, ਕਿਸੇ ਨੇ ਖਾਲਿਸਤਾਨ ਜਿੰਦਾਬਾਦ ਕਹਿ ਦੇਣਾ, ਕਿਸੇ ਨੇ ਭਗਤ ਸਿੰਘ ਦੀ ਫੋਟੋ ਫੜ ਲੈਣੀ, ਕਿਸੇ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਫੜ ਲੈਣੀ। ਤੁਸੀਂ ਸੈਂਸਰਸ਼ਿਪ ਕਿਉਂ ਕਰ ਰਹੇ ਆ ਕਿਸੇ ਗੱਲ ਦੀ? ਸਾਡੇ ਜਿਹੜੇ ਛੋਟੇ ਮਤਭੇਦ ਆ ਉਹ 100 ਹੋਣਗੇ, ਪਰ ਜਿਹੜੀ ਸਾਡੀ ਲੜਾਈ ਆ ਦਿੱਲੀ ਦੇ ਨਾਲ, ਅਸੀਂ ਉੱਥੇ ਫੋਕਸ ਰੱਖ ਸਕਦੇ ਹਾਂ। ਭਾਵੇਂ ਸਿੱਖ ਮਿਸਲਾਂ ਸੀ, ਭਾਵੇਂ ਸਾਡੇ ਹੋਰ ਕਈ ਜਿਹੜੇ ਐਗਜ਼ਾਮਪਲਸ ਆ ਖਾੜਕੂ ਜਥੇਬੰਦੀਆਂ ਤੱਕ, ਜਦੋਂ ਨਿਸ਼ਾਨਾ ਇੱਕ ਆ, ਤੁਹਾਡੀ ਕਾਮਨੈਲਿਟੀ ਤੇ ਫੋਕਸ ਕਰੋ ਤੇ ਜਿਹੜੇ ਡਿਫਰੈਂਸਿਸ ਆ, ਤੁਹਾਡੇ ਮਤਭੇਦ ਆ, ਉਹ ਬਾਅਦ ਦੇ ਵਿੱਚ ਨਜਿੱਠੇ ਜਾਣਗੇ। ਸੋ ਮੈਂ ਇੱਥੇ ਡਾਇਸਪੋਰਾ ਦੀ ਗੱਲ ਇੱਥੇ ਖਤਮ ਕਰਦਾ ਹਾਂ। ਪਰ ਡਾਇਸਪੋਰਾ ਦੇ ਵਿੱਚ ਜਿੱਥੇ ਇੱਕ ਬਹੁਤ ਵੱਡੇ ਲੈਵਲ ਤੇ ਅਣਖ ਦੇਖਣ ਲਈ ਮਿਲੀ ਪੰਜਾਬ ਦੀ, ਤੇ ਉਹ ਸਾਡੇ ਵਿੱਚ ਵੀ ਉਹ ਜਿਹੜਾ ਇਨਸਪੀਰੇਸ਼ਨ ਉੱਥੋਂ ਸ਼ੁਰੂ ਹੁੰਦਾ ਹੈ, ਅਸੀਂ ਉਹ ਦੇਖ ਕੇ ਇੱਥੇ ਮਿੱਥਦੇ ਹਾਂ ਕਿ ਅਸੀਂ ਕੀ ਕਰਨਾ ਹੈ। ਆਫਟਨ ਇਹ ਹੁੰਦਾ ਹੈ ਕਿ ਕਦੀ ਬੰਦੇ ਰਿਵਰਸ ਗੱਲ ਕਰ ਦਿੰਦੇ ਕਿ ਜੋ ਬਾਹਰਲੇ ਦੇਸ਼ਾਂ 'ਚ ਹੁੰਦਾ ਹੈ ਉਹ ਸਾਡੀ ਕਾਪੀ ਕਰਦੇ ਆ। ਇਹ ਸਾਨੂੰ ਮੰਨਣਾ ਪੈਣਾ ਹੈ ਕਿ ਜਿਹੜੇ ਮੋਰਚੇ ਹੁਣ ਲੱਗ ਰਹੇ ਆ, ਪੰਜਾਬ 'ਚ ਲੱਗਦੇ ਆ, ਉਹਦੀ ਇਨਸਪੀਰੇਸ਼ਨ ਸਾਨੂੰ ਇੱਥੇ ਤੱਕ ਆਉਂਦੀ ਹੈ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਹੈਂਡਲ ਕਰਨਾ ਹੈ, ਕਿੱਦਾਂ ਬਿਹੇਵ ਕਰਨਾ ਹੈ, ਤੇ ਅਸੀਂ ਇਹ ਜਿਹੜਾ ਟਾਕਰਾ ਹੈ ਕਿੱਦਾਂ ਲੈਣਾ। ਹਾਂਜੀ ਵੀਰ ਜੀ, ਬਿਲਕੁਲ ਗੱਲ ਕਹੀ ਤੁਸੀਂ। ਇੱਕ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਪਿੱਛੇ ਹਟ ਜਾਓ,